ਸਤਿ ਸ਼੍ਰੀ ਅਕਾਲ ਜੀ। ਮੈਂ ਅਮਨਜੋਤ ਕੌਰ ਆਪ ਸਭ ਜੀ ਦਾ ਪੋਜ਼ਿਟਿਵ ਵਾਈਬਸ ਪੰਜਾਬ ਚੈਨਲ ਤੇ ਸਵਾਗਤ ਕਰਦੀ ਹਾਂ। ਅੱਜ ਆਪਾਂ ਆਪਣੀ ਮੈਥ ਸੀਰੀਜ਼ ਦਾ 6ਵਾਂ ਲੈਕਚਰ ਕਰਨ ਜਾ ਰਹੇ ਹਾਂ ਬੱਚੇ, ਜਿਹਦੇ ਵਿੱਚ ਆਪਾਂ ਐਲਸੀਐਮ ਐਚਸੀਐਫ ਦੇ ਰਿਲੇਟਡ ਕੁਐਸਚਨ ਡਿਸਕਸ ਕਰਾਂਗੇ। ਠੀਕ ਹੈ, ਐਲਸੀਐਮ ਐਚਸੀਐਫ ਬੱਚੇ ਆਪਾਂ ਲੈਕਚਰ 4 ਚ ਸਟਾਰਟ ਕਰਤਾ ਸੀ, ਇੱਕ ਵਾਰੀ ਉਹ ਲੈਕਚਰ ਜ਼ਰੂਰ ਅਟੈਂਡ ਕਰਿਓ ਤੁਸੀਂ। ਠੀਕ ਹੈ, ਐਲਸੀਐਮ ਬਾਰੇ ਪਤਾ ਕੀ ਪੜਿਆ ਸੀ ਆਪਾਂ, ਲੀਸਟ ਕਾਮਨ ਮਲਟੀਪਲ। ਉਸ ਤੋਂ ਬਾਅਦ ਬੱਚੇ ਐਚਸੀਐਫ ਕੀ ਸੀ ਆਪਣਾ ਫੁੱਲ ਫਾਰਮ, ਹਾਈਐਸਟ ਕਾਮਨ ਫੈਕਟਰ। ਇੱਕ ਵਾਰੀ ਆਪਾਂ ਡੈਫੀਨੇਸ਼ਨ ਰਿਵਿਊ ਕਰ ਲੈਂਦੇ ਆ। ਆ ਦੇਖੋ ਬੱਚੇ ਆਪਾਂ ਕੀ ਪੜਿਆ ਸੀ, ਲੀਸਟ ਕਾਮਨ ਮਲਟੀਪਲ ਚ ਆਪਾਂ ਬੈਕਵਰਡ ਤੋਂ ਡੈਫੀਨੇਸ਼ਨ ਪੜ੍ਹਨੀ ਸ਼ੁਰੂ ਕੀਤੀ ਸੀ ਕਿ ਵੀ ਸਭ ਤੋਂ ਪਹਿਲਾਂ ਆਪਾਂ ਮਲਟੀਪਲਸ ਲਿਖਦੇ ਸੀ, ਫਿਰ ਆਪਾਂ ਕਾਮਨ ਮਲਟੀਪਲਸ ਦੀ ਗੱਲ ਕਰਦੇ ਸੀ, ਫਿਰ ਆਪਾਂ ਉਸ ਤੋਂ ਸਭ ਤੋਂ ਛੋਟਾ ਸਿਲੈਕਟ ਕਰਦੇ ਸੀ ਲੀਸਟ। ਠੀਕ ਹੈ, ਮਲਟੀਪਲ ਨੂੰ ਬੱਚੇ ਪੰਜਾਬੀ ਚ ਗੁਣਨਜ ਕਿਹਾ ਜਾਂਦਾ ਹੈ ਤੇ ਕਾਮਨ ਨੂੰ ਕੀ ਹੈ, ਸਾਂਝਾ ਕਿਹਾ ਜਾਂਦਾ ਹੈ। ਆਪਾਂ ਕੀ ਕਰਨਾ ਹੈ, ਆਪਾਂ ਸਾਂਝੇ ਗੁਣਨਜ ਲਿਖਣੇ ਆ, ਉਸ ਤੋਂ ਫਿਰ ਸਭ ਤੋਂ ਛੋਟਾ ਵਾਲਾ ਸਿਲੈਕਟ ਕਰ ਦਿੰਦੇ ਆ ਤਾਂ ਉਹ ਆਪਣੇ ਕੋਲ ਐਲਸੀਐਮ ਆ ਜਾਂਦਾ ਹੈ। ਠੀਕ ਹੈ, ਹੁਣ ਦੇਖੋ ਐਗਜ਼ਾਮਪਲ ਦੇ ਤੌਰ ਤੇ ਬੱਚੇ ਪਹਿਲਾਂ ਮੈਨੇ ਕੀ ਫਾਈਂਡ ਕਰਨਾ ਹੈ ਕਿ ਵੀ 2 ਤੇ 4 ਦਾ ਐਲਸੀਐਮ ਫਾਈਂਡ ਕਰਨਾ ਹੈ। ਤਾਂ ਪਹਿਲਾਂ ਆਪਾਂ ਨੇ ਪਹਿਲੇ ਸਟੈਪ ਕੀਤਾ, ਪਹਿਲਾ ਸਟੈਪ ਆਪਣਾ ਕੀ ਸੀ ਕਿ ਸਾਰੇ ਮਲਟੀਪਲਸ ਲਿਖ ਲਏ। ਠੀਕ ਹੈ, 2 ਦੇ ਮਲਟੀਪਲਸ ਲਿਖ ਲਏ, ਇੱਥੇ 4 ਦੇ ਮਲਟੀਪਲਸ ਲਿਖ ਲਏ। ਠੀਕ ਹੈ, ਦੇਖੋ ਬੱਚੇ ਆਪਾਂ ਨੂੰ ਪਤਾ ਮਲਟੀਪਲਸ ਕੀ ਹੁੰਦੇ ਆ, ਅਸੀਮਿਤ ਹੁੰਦੇ ਆ, ਇਨਫਾਈਨਾਈਟ ਹੁੰਦੇ ਆ, ਤਾਂ ਇਹ ਡੋਟਸ ਇਹ ਸ਼ੋ ਕਰ ਰਹੀਆਂ ਕਿ ਮਲਟੀਪਲਸ ਕੰਟੀਨਿਊਸਲੀ ਅੱਗੇ ਆ ਰਹੇ ਹਨ। ਮਲਟੀਪਲਸ ਲਿਖ ਲਏ ਜੀ। ਉਸ ਤੋਂ ਬਾਅਦ ਸੈਕੰਡ ਸਟੈਪ ਕੀ ਹੁੰਦਾ, ਕਾਮਨ ਮਲਟੀਪਲ ਸਿਲੈਕਟ ਕਰਨੇ। ਤਾਂ ਆਪਣੇ ਕਾਮਨ ਮਲਟੀਪਲ ਦੇਖੋ ਜੀ ਕਿਹੜੇ ਹੈਗੇ ਆ। ਠੀਕ ਹੈ, 4 ਕਾਮਨ ਮਲਟੀਪਲ ਹੈ, 8 ਕਾਮਨ ਮਲਟੀਪਲ ਹੈ, ਉਸ ਤੋਂ ਬਾਅਦ 12 ਵੀ ਕਾਮਨ ਮਲਟੀਪਲ ਹੈ, 16 ਵੀ ਦੋਨਾਂ ਵਿੱਚ ਹੈ, 20 ਵੀ ਦੋਨਾਂ ਵਿੱਚ ਹੈ। ਤਾਂ ਆਪਾਂ ਨੇ ਕੀ ਕੀਤਾ, ਕਾਮਨ ਮਲਟੀਪਲ ਦੇਖ ਲਏ, ਹੁਣ ਕੀ ਕਰਨਾ, ਲੀਸਟ ਸਿਲੈਕਟ ਕਰਨਾ। ਤੇ ਲੀਸਟ ਵਿੱਚ ਆਪਣੇ ਕੋਲ ਲੀਸਟ ਕਾਮਨ ਮਲਟੀਪਲ ਕਿਹੜਾ, 4 ਕੀ ਹੈ, ਸਭ ਤੋਂ ਛੋਟਾ ਮਲਟੀਪਲ ਹੈ ਜਿਹੜਾ ਕਾਮਨ ਹੈ। ਠੀਕ ਹੈ, ਤਾਂ ਬੱਚੇ ਐਲਸੀਐਮ ਆਫ 2, 4 ਕਿੰਨਾ ਆਇਆ, 4 ਆਇਆ। ਠੀਕ ਹੈ, ਉਸ ਤੋਂ ਬਾਅਦ ਆਪਾਂ ਐਚਸੀਐਫ ਦੀ ਡੈਫੀਨੇਸ਼ਨ ਰਿਵਿਊ ਕਰਦੇ ਹਾਂ। ਬੱਚੇ ਐਚਸੀਐਫ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਫੁੱਲ ਫਾਰਮ ਕੀ ਹੁੰਦੀ ਹੈ, ਹਾਈਐਸਟ ਕਾਮਨ ਫੈਕਟਰ। ਦੇਖੋ ਬੱਚੇ ਫੈਕਟਰ ਕੱਢਾਂਗੇ ਸਭ ਤੋਂ ਪਹਿਲਾਂ, ਡੈਫੀਨੇਸ਼ਨ ਹੀ ਸਮਝ ਰਹੇ ਹਾਂ। ਠੀਕ ਹੈ, ਫਿਰ ਉਸ ਚੋਂ ਕਾਮਨ ਫੈਕਟਰ ਦੇਖਾਂਗੇ, ਫਿਰ ਉਸ ਤੋਂ ਜਿਹੜਾ ਸਭ ਤੋਂ ਹਾਈਐਸਟ ਵਾਲਾ ਫੈਕਟਰ ਹੈ ਉਹ ਆਪਣਾ ਕੀ ਹੋਏਗਾ, ਐਚਸੀਐਫ ਹੋਏਗਾ। ਠੀਕ ਹੈ ਬੱਚੇ, ਫੈਕਟਰ ਨੂੰ ਪੰਜਾਬੀ ਚ ਨਾ ਗੁਣਨਖੰਡ ਵੀ ਬੋਲਿਆ ਜਾਂਦਾ ਹੈ। ਜਿਵੇਂ ਮੈਂ 10 ਡਿਵਾਈਡ ਕਰਦਾ 2 ਨੂੰ, ਹਨਾ, ਤਾਂ 2 ਕੀ ਗੁਣਨਖੰਡ ਹੈ ਕਿਹਦਾ, 10 ਦਾ। ਠੀਕ ਹੈ, ਤੇ ਕਾਮਨ ਨੂੰ ਸਾਂਝਾ ਕਿਹਾ ਜਾਂਦਾ ਹੈ। ਤਾਂ ਆਪਾਂ ਕੀ ਕਰਨਾ ਹੈ, ਸਾਂਝੇ ਗੁਣਨਖੰਡ ਲਿਖਣੇ ਆ ਤੇ ਉਸ ਤੋਂ ਸਭ ਤੋਂ ਵੱਡਾ ਸਿਲੈਕਟ ਕਰਨਾ, ਹਾਈਐਸਟ ਵਾਲਾ ਸਿਲੈਕਟ ਕਰਨਾ ਹੈ। ਉਹ ਆਪਣੇ ਕੋਲ ਕੀ ਆ ਜਾਏਗਾ, ਐਚਸੀਐਫ ਆ ਜਾਏਗਾ। ਠੀਕ ਹੈ ਬੱਚੇ, ਪਹਿਲਾਂ ਆਪਾਂ ਕੀ ਕੀਤਾ, ਫੈਕਟਰਸ ਲਿਖ ਲਏ, 4 ਦਾ 8 ਦੇ ਫੈਕਟਰਸ ਲਿਖ ਲਏ। ਮਤਲਬ ਫੈਕਟਰਸ ਕੀ ਹੁੰਦੇ ਆ ਬੱਚੇ, ਜਿਨ੍ਹਾਂ ਦੇ ਟੇਬਲ ਤੇ 4 ਆਉਂਦਾ ਹੈ। ਠੀਕ ਹੈ, 1 ਦੇ ਟੇਬਲ ਤੇ ਆਉਂਦਾ ਹੈ, 2 ਦੇ ਟੇਬਲ ਤੇ, 4 ਦੇ ਟੇਬਲ ਤੇ, ਫਿਰ 8 ਦੇ ਫੈਕਟਰਸ ਲਿਖ ਲਏ। ਹੁਣ ਆਪਾਂ ਨੇ ਕੀ ਕਰਨਾ ਹੈ, ਕਾਮਨ ਫੈਕਟਰ ਸਿਲੈਕਟ ਕਰਨਾ, ਮਤਲਬ ਜੋ ਦੋਨਾਂ ਚ ਕੀ ਹੋਵੇ, ਸਾਂਝਾ ਹੋਵੇ। ਤਾਂ ਇੱਧਰ ਦੇਖੋ 2 ਕਾਮਨ ਫੈਕਟਰ ਹੈ, ਉਸ ਤੋਂ ਬਾਅਦ ਇੱਕ 4 ਕਾਮਨ ਫੈਕਟਰ ਹੈ। ਬਟ ਆਪਾਂ ਕਿਹੜਾ ਸਿਲੈਕਟ ਕਰਨਾ ਹੈ, ਸਭ ਤੋਂ ਵੱਡਾ ਵਾਲਾ। 2 ਤੇ 4 ਵਿੱਚ ਵੱਡਾ ਫੈਕਟਰ ਕਿਹੜਾ ਬਣਦਾ ਆਪਣਾ, 4। ਠੀਕ ਹੈ, ਪਹਿਲਾਂ ਆਪਾਂ ਕੀ ਹੈ, ਫੈਕਟਰਸ ਲਿਖੇ, ਫਿਰ ਉਹਨਾਂ ਵਿੱਚੋਂ ਕਾਮਨ ਦੇਖਿਆ, ਕਾਮਨ ਵਿੱਚੋਂ ਸਭ ਤੋਂ ਵੱਡਾ ਵਾਲਾ ਫੈਕਟਰ ਸਿਲੈਕਟ ਕਰ ਲਿਆ, ਤਾਂ ਆਪਣਾ ਕੀ ਆ ਗਿਆ, ਐਚਸੀਐਫ ਆ ਗਿਆ। ਠੀਕ ਹੈ, ਇੱਥੇ ਬੱਚੇ ਬਸ ਆਪਾਂ ਡੈਫੀਨੇਸ਼ਨ ਕਲੀਅਰ ਕੀਤੀ ਹੈ ਐਲਸੀਐਮ ਦੀ ਤੇ ਐਚਸੀਐਫ ਦੀ। ਹੁਣ ਆਪਾਂ ਕੁਐਸਚਨ ਵੱਲ ਵਧਦੇ ਹਾਂ। ਫਾਈਂਡ ਦ ਲੀਸਟ ਨੰਬਰ, ਜਿਹੜਾ ਜਿਹੜਾ ਵਰਡ ਮਿਲ ਰਿਹਾ ਉਹਨੂੰ ਅੰਡਰਲਾਈਨ ਕਰ ਲਓ। ਲੀਸਟ ਨੰਬਰ ਐਗਜ਼ੈਕਟਲੀ ਡਿਵੀਜ਼ੀਬਲ ਬਾਈ, ਇਹਨਾਂ ਨਾਲ ਡਿਵਾਈਡ ਹੋਏ, ਕਿਸ ਨਾਲ, 24 ਨਾਲ, 36 ਨਾਲ ਤੇ 40 ਨਾਲ। ਐਗਜ਼ੈਕਟਲੀ ਡਿਵੀਜ਼ੀਬਲ ਬਾਈ ਮਤਲਬ ਇਹਨਾਂ ਨਾਲ ਡਿਵਾਈਡ ਹੋਵੇ, ਇਹ ਕੀ ਹੋਏ, ਫੈਕਟਰਸ। ਠੀਕ ਹੈ, ਇਹਨਾਂ ਨਾਲ ਜਿਹੜਾ ਡਿਵਾਈਡ ਹੋਏਗਾ ਨੰਬਰ, ਜਿਹੜਾ ਨੰਬਰ ਇਹਨਾਂ ਨਾਲ ਡਿਵਾਈਡ ਹੋਏਗਾ ਉਹ ਕੀ ਹੋਏਗਾ, ਇਹ ਨੰਬਰਾਂ ਦਾ ਮਲਟੀਪਲ ਹੋਏਗਾ। ਠੀਕ ਹੈ, ਮਤਲਬ ਇਹਦਾ ਵੀ ਮਲਟੀਪਲ ਹੋਵੇ, ਇਹਦਾ ਵੀ ਮਲਟੀਪਲ, ਇਹਦਾ ਵੀ ਮਲਟੀਪਲ, ਮਤਲਬ ਤਿੰਨਾਂ ਦਾ ਮਲਟੀਪਲ ਹੋਵੇ, ਮਤਲਬ ਕਾਮਨ, ਹਨਾ, ਸਾਂਝਾ ਮਲਟੀਪਲ। ਉਸ ਤੋਂ ਬਾਅਦ ਉਹਨਾਂ ਨੇ ਅੱਗੇ ਲੀਸਟ ਵੀ ਲਾਤਾ, ਮਤਲਬ ਸਭ ਤੋਂ ਛੋਟਾ। ਤਾਂ ਇਹ ਇਥੋਂ ਕੀ ਪਤਾ ਲੱਗਦਾ ਬੱਚੇ, ਆਪਾਂ ਕੁਐਸਚਨ ਪੜਿਆ, ਸਮਝਿਆ ਵੀ ਇਹ ਸਾਡੇ ਤੋਂ ਐਲਸੀਐਮ ਬਾਰੇ ਪੁੱਛ ਰਿਹਾ ਹੈ। ਠੀਕ ਹੈ, ਆਪਾਂ ਆਪਣੇ ਕੁਐਸਚਨ 'ਚ ਕੀ ਫਾਈਂਡ ਕਰਨਾ ਹੈ, ਐਲਸੀਐਮ ਫਾਈਂਡ ਕਰਨਾ ਹੈ 24, 36 ਤੇ 40 ਦਾ। ਠੀਕ ਹੈ ਬੱਚੇ, ਮੈਂ ਕੁਐਸਚਨ ਰਿਪੀਟ ਕਰ ਦਿੰਦੀ ਹਾਂ। ਫਾਈਂਡ ਦ ਲੀਸਟ ਨੰਬਰ ਐਗਜ਼ੈਕਟਲੀ ਡਿਵੀਜ਼ੀਬਲ ਬਾਈ 24, 36 ਐਂਡ 40। ਉਹ ਸਭ ਤੋਂ ਛੋਟੀ ਸੰਖਿਆ ਫਾਈਂਡ ਕਰਨੀ ਹੈ, ਸਭ ਤੋਂ ਛੋਟੀ ਸੰਖਿਆ, ਛੋਟੇ ਤੋਂ ਛੋਟਾ ਨੰਬਰ ਲੱਭਣਾ ਹੈ ਜਿਹੜਾ 24, 36 ਤੇ 40 ਨਾਲ ਪੂਰੀ ਤਰ੍ਹਾਂ ਵੰਡਿਆ ਜਾਵੇ।
ठीक है बच्चे, आप एलसीएम ਦੇ ਦੋ ਮੈਥਡ ਦੇਖੇ ਸੀ, ਦੋਨੋਂ ਡਿਸਕਸ ਕਰ ਲੈਣੇ ਆ, ਇੱਕ ਵਾਰੀ ਰਿਵੀਜ਼ਨ ਹੋ ਜਾਏਗੀ ਤੁਹਾਡੀ। ਇੱਕ ਆਪਾਂ ਡਿਵੀਜ਼ਨ ਮੈਥਡ ਲਿਖਿਆ ਸੀ ਬੱਚੇ, ਪੜਿਆ ਸੀ 24 36 40। ਪਹਿਲਾਂ ਸਭ ਤੋਂ ਛੋਟੇ ਪ੍ਰਾਈਮ ਤੇ ਭੇਜਣਾ, ਸਭ ਤੋਂ ਛੋਟਾ ਪ੍ਰਾਈਮ ਕੀ ਹੈ 2। ਤਾਂ ਦੇਖੋ ਬੱਚੇ ਇੱਥੇ ਕੀ ਆਇਆ 2 ਦੇ ਟੇਬਲ ਤੇ 24, 12 ਤੇ ਇੱਥੇ 18, ਇੱਥੇ 20, ਫਿਰ ਦੁਬਾਰਾ 2 ਤੇ ਤਾਂ 2 6 ਆ 12, 2 9 ਆ 18, 2 10 ਆ 20। ਫਿਰ 2 ਦੇ ਟੇਬਲ ਤੇ ਕਿਉਂਕਿ ਦੋ ਮਲਟੀਪਲਸ ਹੈਗੇ ਆ ਲਈ 2 ਦੇ, 2 3 ਆ 6, 9 ਐਜ਼ ਇਟ ਇਜ਼ ਕਿਉਂਕਿ 2 ਦੇ ਟੇਬਲ ਤੇ 9 ਨਹੀਂ ਆਉਂਦਾ, 2 5 ਆ 10। ਹੁਣ 3 ਦੇ ਟੇਬਲ ਤੇ ਕਿਉਂਕਿ ਕੋਈ ਇਸ ਚੋਂ ਹੁਣ 2 ਦੇ ਟੇਬਲ ਤੇ ਦੁਬਾਰਾ ਨਹੀਂ ਜਾਏਗਾ ਤਾਂ 3 ਦੇ ਟੇਬਲ ਤੇ ਭੇਜਿਆ ਨੈਕਸਟ ਫੈਕਟਰ। ਠੀਕ ਹੈ ਬੱਚੇ, 3 1 ਆ 3, 3 ਆ 9, 5 ਐਜ਼ ਇਟ ਇਜ਼। 3 ਦੇ ਟੇਬਲ ਤੇ ਦੁਬਾਰਾ ਭੇਜਿਆ, ਉਹ ਇੱਥੇ 1 ਆ ਗਿਆ। ਠੀਕ ਹੈ, 5 ਐਜ਼ ਇਟ ਇਜ਼। ਫਿਰ 5 ਜਦੋਂ ਤਿੰਨਾਂ ਜਗ੍ਹਾ ਤੇ 1 ਆ ਗਿਆ ਆਪਾਂ ਰੁਕ ਗਏ। ਤਾਂ ਬੱਚੇ ਆਪਣਾ ਐਲਸੀਐਮ ਕੀ ਹੁੰਦਾ ਹੈ, ਜਿਹੜੇ ਆਪਣੇ ਸਾਈਡ ਤੇ ਪ੍ਰਾਈਮ ਫੈਕਟਰਸ ਲਿਖੇ ਹੁੰਦੇ ਆ ਆਹ ਵਾਲੇ ਸਾਰੇ, ਹੈਨਾ, ਇਹ ਆਪਣਾ ਕੀ ਹੁੰਦਾ ਐਲਸੀਐਮ ਹੁੰਦਾ। ਤਾਂ ਦੇਖੋ 2 into 2, ਤਾਂ ਬੱਚੇ ਇਹਨੂੰ ਮਲਟੀਪਲਾਈ ਕੀਤਾ ਆਪਾਂ ਕੋਲ ਆਇਆ 360। ਠੀਕ ਹੈ, ਇਹ ਬੱਚੇ ਆਪਾਂ ਡਿਵੀਜ਼ਨ ਮੈਥਡ ਨਾਲ ਕੀਤਾ। ਤਾਂ ਹੁਣ ਜੇ ਇਹੀ ਵਾਲਾ ਆਪਾਂ ਦੂਸਰੇ ਮੈਥਡ ਨਾਲ ਕਰੀਏ ਫੈਕਟਰਾਈਜ਼ੇਸ਼ਨ ਨਾਲ, ਇਹ ਦੇਖੋ। ਠੀਕ ਹੈ, ਫੈਕਟਰਾਈਜ਼ੇਸ਼ਨ ਨਾਲ ਬੱਚੇ ਆਪਾਂ ਪਹਿਲਾਂ ਫੈਕਟਰਾਈਜ਼ੇਸ਼ਨ ਕਿਵੇਂ ਕੱਢਦੇ ਆ, ਪਹਿਲਾਂ ਇਹਨਾਂ ਦੇ ਉਹ ਕੱਢ ਲਈ ਪ੍ਰਾਈਮ ਫੈਕਟਰਾਈਜ਼ੇਸ਼ਨ। ਬੱਚੇ ਪ੍ਰਾਈਮ ਫੈਕਟਰਾਈਜ਼ੇਸ਼ਨ ਕੀ ਹੁੰਦੀ ਹੈ ਕਿ ਵੀ ਜਿਵੇਂ 24 ਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਇਹ ਕੀ ਨਿਕਲੀ 2 into 2, 2 multiply 2 multiply 2 multiply 3। ਇਹਦਾ ਮਤਲਬ ਹੈ ਕਿ 24 ਨੂੰ ਮੈਂ ਕਿਹਦੇ ਵਿੱਚ ਲਿਖਤਾ ਪ੍ਰਾਈਮ ਫੈਕਟਰਸ ਵਿੱਚ। ਬੱਚੇ ਇਹ ਸਾਰੇ ਪ੍ਰਾਈਮ ਨੰਬਰ ਹੈ, ਜਦੋਂ ਮੈਂ ਪ੍ਰਾਈਮ ਫੈਕਟਰਸ ਦਾ ਗੁਣਾ ਕੀਤਾ, ਪ੍ਰੋਡਕਟ ਕੀਤਾ ਤਾਂ ਇਹ ਕਿਹਦੇ ਇਕੁਅਲ ਆਇਆ 24 ਦੇ ਇਕੁਅਲ ਆਇਆ। ਸਾਰੇ ਫੈਕਟਰਸ ਕੀ ਪ੍ਰਾਈਮ ਹੈ ਤਾਂ ਇਸ ਨੂੰ ਕੀ ਕਹਤਾ ਕਿ ਇਹ 24 ਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਹੈ। ਠੀਕ ਹੈ ਬੱਚੇ, ਤਾਂ ਇਸ ਨੂੰ ਐਵੇਂ ਲਿਖ ਲਿਓ 2 ਦੀ ਪਾਵਰ 3 ਐਂਡ ਮਲਟੀਪਲਾਈ 3 ਦੀ ਪਾਵਰ 1। ਉਸ ਤੋਂ ਬਾਅਦ 36 ਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਦੇਖੀ ਕਿੰਨੀ ਆਈ 2 ਦੀ ਪਾਵਰ 2, 3 ਦੀ ਪਾਵਰ 2। ਉਸ ਤੋਂ ਬਾਅਦ 40 ਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਦੇਖੋ ਬੱਚੇ 2 ਦੀ ਪਾਵਰ 3, 5। ਹੁਣ ਦੇਖੋ ਆਪਾਂ ਕੀ ਕਰਨਾ ਹੈ, ਐਲਸੀਐਮ ਕੱਢਣਾ ਹੈ। ਫੈਕਟਰਾਈਜ਼ੇਸ਼ਨ ਇਸ ਪ੍ਰੋਸੈਸ ਵਿੱਚ ਬੱਚੇ ਕੀ ਕਰਦੇ ਸੀ, ਐਲ ਆਪਣਾ ਲੀਸਟ ਹੁੰਦਾ ਸੀ ਤਾਂ ਆਪਾਂ ਪਾਵਰ ਕਿਹੜੀ ਲੈਂਦੇ ਸੀ, ਵੱਡੀ ਵਾਲੀ ਲੈਂਦੇ ਸੀ, ਆਪੋਜ਼ਿਟ ਲੈਂਦੇ ਸੀ ਨਾ। ਪਹਿਲਾਂ ਸਾਰੇ ਲਿਖ ਲਏ ਕਿ ਵੀ ਇੱਥੇ ਹੈ 2 3 5। ਠੀਕ ਹੈ, 2 ਦੀ ਸਭ ਤੋਂ ਵੱਡੀ ਪਾਵਰ ਕਿਹੜੀ ਹੈ, ਦੇਖੋ ਇੱਥੇ 2 ਦੀ ਪਾਵਰ ਸਭ ਤੋਂ ਉੱਤੇ 2 ਦੀ ਪਾਵਰ 3 ਹੈ, 2 ਦੀ ਪਾਵਰ 2, 2 ਦੀ ਪਾਵਰ 3, ਤਾਂ ਆਪਾਂ ਇੱਥੇ ਹਾਈਐਸਟ ਪਾਵਰ ਆਏਗੀ 3। ਉਸ ਤੋਂ ਬਾਅਦ 3 ਦੀ ਪਾਵਰ 2, 3 ਦੀ ਪਾਵਰ 1, ਇੱਥੇ 3 ਦੀ ਪਾਵਰ ਜੇ ਹੈ ਨਹੀਂ ਤਾਂ ਆਪਾਂ ਕੀ ਕਹਿ ਦਾਂਗੇ ਕਿ ਵੀ ਇੱਥੇ 3 ਦੀ ਪਾਵਰ 0 ਹੈ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਵੀ ਕਿਸੇ ਦੀ ਪਾਵਰ 0 ਹੈ 1 ਦੇ ਇਕੁਅਲ ਹੁੰਦਾ ਹੈ। ਤਾਂ ਇੱਥੇ 3 ਦੀ ਪਾਵਰ ਕਿਹੜੀ ਹਾਈਐਸਟ ਆ ਗਈ 2 ਆ ਗਈ। 5 ਦੀ ਪਾਵਰ ਦੇਖੋ ਇੱਥੇ 1 ਹੈ, ਇੱਥੇ ਹੈ ਨਹੀਂ ਮਤਲਬ ਇੱਥੇ 5 ਦੀ ਪਾਵਰ 0 ਹੈ, ਇੱਥੇ ਵੀ ਨਹੀਂ ਹੈ ਤਾਂ ਇੱਥੇ ਮਤਲਬ 5 ਦੀ ਪਾਵਰ 0 ਹੈ। ਤਾਂ ਹਾਈਐਸਟ ਆਪਾਂ ਲੈਣੀ ਹੈ ਤਾਂ 5 ਦੀ ਹਾਈਐਸਟ ਪਾਵਰ 1 ਹੈ। ਤਾਂ ਜਦੋਂ ਬੱਚੇ ਤੁਸੀਂ ਇਹਦਾ ਪ੍ਰੋਡਕਟ ਕੀਤਾ, ਗੁਣ ਖੰਡ ਕੀਤਾ ਤਾਂ ਇਹ ਕੀ ਆਇਆ ਆਪਣੇ ਕੋਲ 360 ਆਂਸਰ ਆ ਗਿਆ। ਠੀਕ ਹੈ, ਆਪਾਂ ਦੋਨੋਂ ਮੈਥਡ ਡਿਸਕਸ ਕੀਤੇ, ਦੋਨਾਂ ਨਾਲ ਸੇਮ ਆਇਆ, ਇੱਕ ਡਿਵੀਜ਼ਨ ਮੈਥਡ, ਇੱਕ ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ। ਠੀਕ ਹੈ ਬੱਚੇ, ਹੁਣ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਚ ਬੱਚੇ ਕੀ ਹੈ, ਪਹਿਲਾਂ ਕੁਐਸਚਨ ਸਮਝਦੇ ਹਾਂ। find the greatest number that exactly divide, ਇਸ ਨੂੰ ਵੀ ਡਿਵਾਈਡ ਕਰੇ, ਇਸ ਨੂੰ ਵੀ ਡਿਵਾਈਡ ਕਰੇ, ਇਸ ਨੂੰ ਵੀ ਡਿਵਾਈਡ ਕਰੇ। ਮਤਲਬ ਕੁਝ ਕਾਮਨ ਦੀ ਗੱਲ ਆ ਰਹੀ ਹੈ ਨਾ ਕਿ ਕਾਮਨ ਕਿ ਵੀ ਤਿੰਨਾਂ ਨੂੰ ਡਿਵਾਈਡ ਕਰੇ। ਜਿਹੜਾ ਨੰਬਰ ਇਹਨੂੰ ਵੀ ਡਿਵਾਈਡ ਕਰੇਗਾ, ਇਹਨੂੰ ਵੀ ਡਿਵਾਈਡ ਕਰੇਗਾ, ਇਹਨੂੰ ਵੀ, ਮਤਲਬ ਉਹ ਫੈਕਟਰ ਪੁੱਛ ਰਹੇ ਆ। ਜਿਵੇਂ ਆਪਾਂ 10 ਕਹਿੰਦੇ ਆ 2 10 ਨੂੰ ਡਿਵਾਈਡ ਕਰਦਾ ਤੇ ਫੈਕਟਰ ਹੁੰਦਾ ਨੀਚੇ ਵਾਲਾ। ਤਾਂ ਹੁਣ ਇਹ ਆਪਾਂ ਇਹਨੂੰ ਕੀ ਕਹਿ ਰਹੇ ਆ ਕਿ ਵੀ ਐਸਾ ਨੰਬਰ ਜਿਹੜਾ 204 ਨੂੰ ਵੀ ਡਿਵਾਈਡ ਕਰੇ, 1190 ਨੂੰ ਵੀ ਡਿਵਾਈਡ ਕਰੇ ਤੇ ਇਹਨੂੰ ਵੀ ਡਿਵਾਈਡ ਕਰੇ, ਇਸ ਸੰਖਿਆ ਨੂੰ ਵੀ। ਤਾਂ ਆਪਾਂ ਨੂੰ ਉਹ ਨੰਬਰ ਚਾਹੀਦਾ ਹੈ, ਕਾਮਨ ਹੋਏਗਾ ਤਿੰਨਾਂ ਲਈ। ਤੇ ਉਸ ਤੋਂ ਬਾਅਦ ਉਹ ਕੀ ਕਹਿੰਦੇ ਗ੍ਰੇਟੈਸਟ ਚਾਹੀਦਾ, ਐਵੇਂ ਦਾ ਫੈਕਟਰ ਜਿਹੜਾ ਤਿੰਨਾਂ ਨੂੰ ਡਿਵਾਈਡ ਕਰੇ ਤੇ ਗ੍ਰੇਟੈਸਟ ਹੋਏ। ਤਾਂ ਬੱਚੇ ਤੋਂ ਕੀ ਪਤਾ ਲੱਗ ਰਿਹਾ ਕਿ ਵੀ ਸਾਨੂੰ ਕੀ ਪੁੱਛ ਰਹੇ ਐਚਸੀਐਫ ਬਾਰੇ ਪੁੱਛ ਰਹੇ ਹੈ। ਸਭ ਤੋਂ ਛੋਟੀ
ਸਭ ਤੋਂ HCF ਸਭ ਤੋਂ ਵੱਡੀ ਸੰਖਿਆ ਪੁੱਛ ਰਹੇ ਹਨ ਜਿਹੜੀ ਮਤਲਬ ਬਿਲਕੁਲ ਵੰਡ ਦੇਵੇ ਇਹ ਤਿੰਨਾਂ ਨੰਬਰਾਂ ਨੂੰ, ਤਿੰਨਾਂ ਸੰਖਿਆਵਾਂ ਨੂੰ ਪੂਰੀ ਤਰ੍ਹਾਂ ਵੰਡ ਦੇਵੇ। ਠੀਕ ਹੈ ਬੱਚੇ, HCF ਦੇਖੋ HCF ਕਰਦੇ ਆ, ਇੱਕ ਤਾਂ ਉਹੀ ਫੈਕਟਰਾਈਜ਼ੇਸ਼ਨ ਵਾਲਾ ਪ੍ਰੋਸੈਸ ਆਪਣੇ ਕੋਲ ਕੀ ਆ, ਪਹਿਲਾਂ ਜਿਵੇਂ 204 ਹੈ ਇਹਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਕੱਢ ਲਿਓ ਬੱਚੇ। ਠੀਕ ਹੈ, ਜਿਵੇਂ ਐਵੇਂ ਆਪਾਂ ਕੱਢਦੇ ਹਾਂ 2 ਦੇ ਟੇਬਲ ਤੇ ਗਿਆ 3 ਦੇ 4 ਤੇ, ਜਦੋਂ ਤੁਸੀਂ ਪ੍ਰਾਈਮ ਫੈਕਟਰਾਈਜ਼ੇਸ਼ਨ ਕੱਢੀ ਇਹਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਆਈ 2 ਦੀ ਪਾਵਰ 2 ਫਿਰ 3 ਫਿਰ 17। ਠੀਕ ਹੈ ਜੀ, ਉਸ ਤੋਂ ਬਾਅਦ ਇਸ ਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਕੀ ਆਏਗੀ ਤੁਹਾਡੇ ਕੋਲ 2 5 ਮਲਟੀਪਲਾਈ 7 ਮਲਟੀਪਲਾਈ 17, ਉਸ ਤੋਂ ਬਾਅਦ 1 4 4 5, ਤਾਂ ਇੱਥੇ ਬੱਚੇ ਆਇਆ 5 into 7 ਦੀ ਪਾਵਰ 2। ਹੁਣ ਜਿਹੜੇ ਫੈਕਟਰਸ ਇੱਥੇ ਨਹੀਂ ਹੈਗੇ, ਦੇਖੋ ਇੱਥੇ 5 ਨਹੀਂ ਹੈਗਾ ਜਿਵੇਂ ਹਨਾ, ਲਿਖ ਲਈ 5 ਦੀ ਪਾਵਰ 0। ਬੱਚੇ ਧਿਆਨ ਰੱਖਣਾ ਹੈ ਜਦੋਂ ਕਿਸੇ ਦੀ ਵੀ ਪਾਵਰ 0 ਹੁੰਦੀ ਹੈ ਉਹ 1 ਦੇ ਇਕੁਅਲ ਹੁੰਦੀ ਹੈ, ਜੇ 5 ਦੀ ਪਾਵਰ 0 ਹੈ 1 ਹੈ, ਤੇ ਇੱਥੇ ਕੋਈ ਫਰਕ ਨਹੀਂ ਪਏਗਾ ਜੇ ਮੈਂ 5 ਦੀ ਪਾਵਰ 0 ਲਿਖ ਲਈ। ਠੀਕ ਹੈ, ਉਸ ਤੋਂ ਬਾਅਦ ਇੱਥੇ ਲਿਖ ਦਿਓ ਤੁਸੀਂ ਨਾਲ 3 ਮਿਸਿੰਗ ਹੈ 3 ਦੀ ਪਾਵਰ 0, ਇੱਥੇ 2 ਵੀ ਨਹੀਂ ਹੈ 2 ਦੀ ਪਾਵਰ 0 ਲਿਖ ਦਿਓ, 3 ਵੀ ਨਹੀਂ ਹੈ 3 ਦੀ ਪਾਵਰ 0 ਲਿਖ ਦਿਓ, 7 ਵੀ ਨਹੀਂ ਹੈ 7 ਦੀ ਪਾਵਰ 0 ਲਿਖ ਦਿਓ। ਹੁਣ ਆਪਾਂ ਨੇ ਕੀ ਕੱਢਣਾ ਹੈ, HCF ਕੱਢਣਾ ਹੈ। ਠੀਕ ਹੈ, ਠੀਕ ਹੈ ਬੱਚੇ, HCF ਪਹਿਲਾਂ ਤਾਂ ਸਾਰੇ ਫੈਕਟਰਸ ਲਿਖ ਲਓ ਜਿਹੜੇ ਜਿਹੜੇ ਹੈਗੇ ਆ। ਕਿਹੜੇ ਫੈਕਟਰਸ ਹੈ, 2 ਵੀ ਹੈ 3 ਵੀ ਹੈ 5 ਵੀ ਹੈ 7 ਵੀ ਹੈ 17 ਵੀ ਹੈ ਹਨਾ। ਹੁਣ ਆਪਾਂ ਪਾਵਰ ਸਿਲੈਕਟ ਕਰਨੀ ਹੈ। ਦੇਖੋ ਬੱਚੇ H ਮਤਲਬ ਹਾਈਐਸਟ, ਆਪਾਂ ਮਤਲਬ ਸਭ ਤੋਂ ਛੋਟੀ ਪਾਵਰ ਲਵਾਂਗੇ, ਸਭ ਤੋਂ ਛੋਟੀ ਪਾਵਰ ਪਹਿਲਾਂ 2 ਦੀ ਦੇਖੋ, 2 ਦੀ ਪਾਵਰ 2 2 ਦੀ ਪਾਵਰ 1 2 ਦੀ ਪਾਵਰ 0, ਸਭ ਤੋਂ ਛੋਟੀ ਪਾਵਰ ਕਿਹੜੀ ਹੈ 2 ਦੀ 0। ਉਸ ਤੋਂ ਬਾਅਦ ਦੇਖੋ ਬੱਚੇ 3 ਦੀ ਪਾਵਰ 1 3 ਦੀ ਪਾਵਰ 0 3 ਦੀ ਪਾਵਰ 0, ਮਤਲਬ ਇਹ ਕੀ ਹੈ 3 ਦੀ ਪਾਵਰ 0 ਸਭ ਤੋਂ ਛੋਟੀ। ਉਸ ਤੋਂ ਬਾਅਦ 5 ਦੇਖੋ ਬੱਚੇ, ਇੱਥੇ 5 ਦੀ ਪਾਵਰ 0 5 ਦੀ ਪਾਵਰ 1 5 ਦੀ ਪਾਵਰ 1, ਸਭ ਤੋਂ ਛੋਟੀ ਪਾਵਰ ਕਿੰਨੀ ਹੈ 5 ਦੀ 0 ਹੈ। ਉਸ ਤੋਂ ਬਾਅਦ 7 ਦੀ ਪਾਵਰ ਦੇਖੋ, 7 ਦੀ ਪਾਵਰ 1, ਠੀਕ ਹੈ, ਇੱਥੇ ਵੀ 7 ਨਹੀਂ ਹੈਗਾ ਤੇ ਇੱਥੇ ਵੀ 7 ਦੀ ਪਾਵਰ 0 7 ਦੀ ਪਾਵਰ 0, ਤਾਂ ਸਭ ਤੋਂ ਛੋਟੀ ਪਾਵਰ ਕਿੰਨੀ ਹੈ 0। ਹੁਣ 17 ਦੇਖੋ ਬੱਚੇ, ਇੱਥੇ 17 ਦੀ ਪਾਵਰ 1 17 ਦੀ ਪਾਵਰ 1 ਇੱਥੇ 17 ਦੀ ਪਾਵਰ 2, ਆਪਾਂ ਛੋਟੀ ਵਾਲੀ ਲੈਣੀ ਹੈ ਤੇ ਇੱਥੇ ਆਈ 17 ਦੀ ਪਾਵਰ 1, ਤਾਂ ਜੋ ਇਹ ਦੇਖੋਗੇ ਇਹ ਵੀ 1 ਦੇ ਇਕੁਅਲ ਹੋ ਜਾਏਗਾ, ਇਹ ਵੀ 1 ਦੇ ਇਹ ਵੀ 1 ਦੇ, ਕਿਉਂਕਿ 0 ਦੀ ਪਾਵਰ ਇਹ ਕਿਸੇ ਵੀ ਨੰਬਰ ਦੀ ਪਾਵਰ 0 ਕਰੋਗੇ 1 ਦੇ ਇਕੁਅਲ ਇਹ ਵੀ 1, ਜਦੋਂ ਤੁਸੀਂ ਮਲਟੀਪਲਾਈ ਕੀਤਾ ਸਿਰਫ ਆਇਆ 17, ਤਾਂ ਮਤਲਬ ਆਪਾਂ ਕੋਲ HCF ਕਿੰਨਾ ਆਇਆ 17 ਆ ਗਿਆ। ਤਾਂ ਆਪਣਾ ਫਾਈਂਡ ਜਿਹੜਾ ਗ੍ਰੇਟੈਸਟ ਨੰਬਰ ਆਇਆ ਸੀ ਜਿਹੜਾ ਐਗਜ਼ੈਕਟਲੀ ਡਿਵਾਈਡ ਕਰੇ, ਉਹਦਾ ਆਨਸਰ ਕਿੰਨਾ ਬਣਿਆ ਬੱਚੇ 17 ਬਣਿਆ। ਹੁਣ ਆਪਾਂ ਇਹੀ ਸੇਮ ਕੁਐਸਚਨ ਨੂੰ ਦੂਸਰੇ ਮੈਥਡ ਨਾਲ ਕਰਕੇ ਦੇਖਦੇ ਹਾਂ, ਡਿਵੀਜ਼ਨ ਵਾਲੇ ਮੈਥਡ ਨਾਲ। ਠੀਕ ਹੈ, ਫਿਰ ਆਪਣੇ ਸਾਰੇ ਮੈਥਡਸ ਇੱਕ ਵਾਰੀ ਰਿਵਿਊ ਹੋ ਜਾਣਗੇ। ਓਕੇ, ਦੇਖੋ ਬੱਚੇ ਆਪਾਂ ਨੇ ਕੀ ਫਾਈਂਡ ਕਰਨਾ ਹੈ, HCF ਫਾਈਂਡ ਕਰਨਾ ਹੈ 204 ਦਾ 1190 ਦਾ। ਦੇਖੋ ਬੱਚੇ ਕੀ ਦੱਸਿਆ ਸੀ, ਜਦੋਂ 3 ਨੰਬਰ ਗਿਵਨ ਹੋਣ HCF ਵਿੱਚ, ਪਹਿਲਾਂ ਕੋਈ 2 ਨੰਬਰ ਸਿਲੈਕਟ ਕਰਕੇ ਉਹਨਾਂ ਦਾ HCF ਕੱਢ ਲਓ, ਫਿਰ ਜੋ ਇਹਦਾ ਆਨਸਰ ਆਏਗਾ ਇਹਨਾਂ ਦੋਨਾਂ ਦਾ HCF ਕੱਢ ਕੇ ਉਹਦਾ HCF ਕਿੱਦਾਂ ਕਰਨਾ 1445 ਨਾਲ। ਠੀਕ ਹੈ, ਤੀਜੇ ਨੰਬਰ ਨਾਲ HCF ਕੱਢ ਲੈਣਾ ਉਹਦਾ। ਠੀਕ ਹੈ, ਪਹਿਲਾਂ ਆਪਾਂ ਕੀ ਕਰਦੇ ਹਾਂ, ਇਹ ਦੋ ਨੰਬਰਾਂ ਦਾ HCF ਫਾਈਂਡ ਕਰਦੇ ਹਾਂ। ਤਾਂ ਆਪਾਂ ਕੀ ਕਰਦੇ ਸੀ ਬੱਚੇ, ਇਹਨਾਂ ਦੋਨਾਂ ਤੋਂ ਜਿਹੜੀ ਵੱਡੀ ਵਾਲੀ ਟਰਮ ਹੈ ਉਹਨੂੰ ਅੰਦਰ ਰੱਖ ਲਾਂਗੇ, ਦੂਜੀ ਟਰਮ ਨੂੰ ਬਾਹਰ ਰੱਖ ਲਿਆ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਇਹ 5 ਦੇ ਟੇਬਲ ਤੇ ਗਿਆ 1 0 2 0, ਇਹ ਜਦੋਂ ਆਪਾਂ ਮਾਈਨਸ ਕੀਤਾ ਆ ਗਿਆ 170, ਹਲੇ 0 ਨਹੀਂ ਆਇਆ, ਮਤਲਬ ਆਪਾਂ ਅੱਗੇ ਮੂਵ ਕਰਾਂਗੇ, ਜਿਹੜਾ ਇੱਥੇ ਬੱਚੇ ਡਿਵਾਈਜ਼ਰ ਆ ਉਹ ਇੱਧਰ ਸ਼ਿਫਟ ਹੋ ਜਾਊਗਾ। ਠੀਕ ਹੈ, ਹੁਣ ਇਹ 170 ਇਹ 1 ਦੇ ਤੇ ਜਾਏਗਾ 170, ਫਿਰ ਦੁਬਾਰਾ ਮਾਈਨਸ ਕੀਤਾ ਇਹ ਆਇਆ 34, ਫਿਰ 0 ਨਹੀਂ ਬਣਿਆ, ਮਤਲਬ ਫਿਰ ਰਿਪੀਟ ਕਰਾਂਗੇ। ਹੁਣ ਜਿਹੜਾ ਇੱਥੇ ਡਿਵਾਈਜ਼ਰ ਹੈ ਵਾਲਾ ਇਹ ਆ ਜਾਊਗਾ 170, ਜਦੋਂ ਵਿੱਚ ਡਿਵਾਈਡ ਕੀਤਾ ਤੁਸੀਂ ਦੇਖੋਗੇ 5 ਦੇ ਟੇਬਲ ਤੇ ਕੀ ਕਰ ਗਿਆ, ਡਿਵਾਈਡ ਕਰ ਗਿਆ, ਮਾਈਨਸ ਕਰਕੇ ਕਿੰਨਾ ਆਇਆ 0। ਇਹਦਾ ਮਤਲਬ ਆਪਣੇ ਕੋਲ HCF ਕਿਹਦਾ, ਇਹ ਦੋ ਨੰਬਰਾਂ ਦਾ ਸੰਖਿਆਵਾਂ ਦਾ HCF ਕਿੰਨਾ ਬਣਿਆ, ਆ ਜਿਹੜਾ ਲਾਸਟ ਚ ਬਚਦਾ ਇਹ ਕੀ ਆ ਗਿਆ 34। ਠੀਕ ਹੈ ਬੱਚੇ, ਹੁਣ ਜਿਹੜਾ 34 ਆਇਆ ਆਪਣੇ ਕੋਲ, ਠੀਕ ਹੈ 34 ਦਾ ਆਪਾਂ 34 ਦਾ ਤੇ
1445 ਇਹਨਾਂ ਦੋਨਾਂ ਦਾ HCF ਕੱਢਾਂਗੇ। ਠੀਕ ਹੈ, ਚਲੋ ਜਿਹੜੀ ਵੱਡੀ ਸੰਖਿਆ ਉਹਨੂੰ ਅੰਦਰ ਰੱਖ ਲਿਆ 1445 ਤੇ 34 ਇੱਧਰ ਰੱਖ ਲਿਆ ਆਪਾਂ। ਠੀਕ ਹੈ, ਤਾਂ ਉਸ ਤੋਂ ਬਾਅਦ ਪਹਿਲਾਂ ਇਹ 4 ਦੇ ਟੇਬਲ ਤੇ ਗਿਆ, 34 4 ਦਾ ਕੀਤਾ ਤਾਂ ਆਪਣੇ ਕੋਲ ਕਿੰਨਾ ਆ 136 ਤੋਂ ਬੱਚੇ 8 ਬਚ ਗਿਆ। ਫਿਰ ਕਿਹੜੇ ਨੰਬਰ ਤੇ ਗਿਆ ਹੈ 2 ਤੇ 68, ਫਿਰ ਜਦੋਂ ਸਬਟਰੈਕਟ ਕੀਤਾ 17 ਬਚ ਗਿਆ, 0 ਨਹੀਂ ਆਇਆ ਮਤਲਬ ਰਿਪੀਟ ਕਰਾਂਗੇ। ਹੁਣ ਇਹੀ ਵਾਲਾ ਨੰਬਰ ਇੱਥੇ ਆ ਜਾਊਗਾ 34 17 2 34, 0 ਆ ਗਿਆ ਮਤਲਬ ਇੱਥੇ ਰੁਕ ਜਾਣਾ ਹੈ। ਤਾਂ ਆਪਣੇ ਕੋਲ 34 ਤੇ ਇਹਦਾ HCF ਕਿੰਨਾ ਆਇਆ 17, ਮਤਲਬ ਹੁਣ ਆਪਣੇ ਕੋਲ ਆਪਣਾ HCF ਕੀ ਬਣਿਆ ਤਿੰਨਾਂ ਨੰਬਰਾਂ ਦਾ 17 ਬਣਿਆ। ਠੀਕ ਹੈ, ਦੇਖੋ ਬੱਚੇ ਦੋਨੋਂ ਮੈਥਡ ਨਾਲ ਕੀਤਾ, ਫੈਕਟਰਾਈਜ਼ੇਸ਼ਨ ਵਾਲੇ ਨਾਲ ਵੀ ਡਿਵੀਜ਼ਨ ਨਾਲ ਵੀ, ਆਨਸਰ ਆਪਣਾ ਸੇਮ ਆਇਆ। ਠੀਕ ਹੈ, ਹੁਣ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਬੱਚੇ ਇਹ ਪ੍ਰੋਪਰਟੀਆਂ ਯਾਦ ਰੱਖਣੀਆਂ ਹੈ ਕਿ ਵੀ ਕੋਈ ਵੀ ਤੁਸੀਂ ਦੋ ਨੈਚੁਰਲ ਨੰਬਰ ਲੈਂਦੇ ਹੋ, ਬੱਚੇ ਨੈਚੁਰਲ ਨੰਬਰ ਕਿਹੜੇ ਹੁੰਦੇ ਆ ਕਾਊਂਟਿੰਗ ਨੰਬਰ ਜਿਹੜੇ 1 ਤੋਂ ਸਟਾਰਟ ਹੋਣ, ਹੈ ਨਾ, ਨੈਚੁਰਲ ਨੰਬਰ ਪ੍ਰਾਕ੍ਰਿਤਿਕ ਸੰਖਿਆਵਾਂ। ਤੇ ਦੇਖੋ ਬੱਚੇ ਜਦੋਂ ਤੁਸੀਂ ਉਹਨਾਂ ਦਾ ਕੀ ਕਰਦੇ ਹੋ ਪ੍ਰੋਡਕਟ ਕਰਦੇ ਹੋ, ਮਤਲਬ ਗੁਣਨਫਲ ਕਰਦੇ ਹੋ ਨਾ, ਪ੍ਰੋਡਕਟ ਕਰਦੇ ਹੋ, ਗੁਣਾ ਕਰਦੇ ਹੋ, ਤਾਂ ਉਹ ਕਿਹਦੇ ਇਕੁਅਲ ਆਉਂਦਾ ਹੈ ਐਲਸੀਐਮ ਦੇ, ਲਘੁਤਮ ਤੇ ਮਹੱਤਵ ਦੇ ਗੁਣਾ ਦੇ ਇਕੁਅਲ ਆਉਂਦਾ, ਪ੍ਰੋਡਕਟ ਦੇ ਇਕੁਅਲ ਆਉਂਦਾ। ਠੀਕ ਹੈ ਬੱਚੇ, ਹੁਣ ਇਹ ਗੱਲ ਯਾਦ ਰੱਖਣੀ ਹੈ ਕਿ ਵੀ ਜਿਹੜੀ ਇਹ ਪ੍ਰੋਪਰਟੀ ਆਪਾਂ ਨੂੰ ਗਿਵਨ ਹੈ ਇਹ ਸਿਰਫ ਦੋ ਨੰਬਰ ਲਈ ਟਰੂ ਹੈ, A ਤੇ B, ਕੋਈ ਵੀ ਦੋ ਨੰਬਰ ਹੋ ਸਕਦੇ ਆ n1 n2। ਜੇ ਤਿੰਨ ਨੰਬਰ ਆ ਜਾਣ ਉਸ ਤੇ ਪ੍ਰੋਪਰਟੀ ਨਹੀਂ ਲਗਾਣੀ, ਇਹ ਧਿਆਨ ਰੱਖਣਾ ਹੈ। ਕਿਤੇ ਤੁਸੀਂ ਲਿਖ ਦੋ ਕਿ A ਤੇ B C ਤਿੰਨ ਨੰਬਰ ਲੈ ਲਏ ਨੈਚੁਰਲ, ਇਹਨਾਂ ਦਾ ਕਿਸ ਦੇ ਉੱਪਰ ਲਿਖਤਾ ਬਰਾਬਰ ਕਰਕੇ A, ਇਹਨਾਂ ਤਿੰਨਾਂ ਦਾ LCM ਫਿਰ HCF। ਇਹ ਚੀਜ਼ ਬੱਚੇ ਗਲਤ ਹੈਗੀ ਹੈ, ਇਹ ਐਵੇਂ ਦੀ ਕੋਈ ਪ੍ਰੋਪਰਟੀ ਨਹੀਂ ਹੈਗੀ, ਇਹ ਨਹੀਂ ਯੂਜ਼ ਕਰਨੀ, ਇਹ ਰੋਂਗ ਹੈ। ਠੀਕ ਹੈ, ਇਹ ਕੀ ਹੈ ਇਕੁਅਲ ਨਹੀਂ ਹੁੰਦੇ। ਇਹ ਪ੍ਰੋਪਰਟੀ ਸਿਰਫ ਦੋ ਨੈਚੁਰਲ ਨੰਬਰ ਲਈ ਟਰੂ ਹੈ ਕਿ ਵੀ ਉਹਨਾਂ ਦਾ ਪ੍ਰੋਡਕਟ ਕਿਹਦੇ ਬਰਾਬਰ ਹੁੰਦਾ ਬੱਚੇ, ਉਹਨਾਂ ਦਾ ਐਲਸੀਐਮ ਤੇ ਐਚਸੀਐਫ ਦੇ ਪ੍ਰੋਡਕਟ ਦੇ ਬਰਾਬਰ ਹੁੰਦਾ। ਠੀਕ ਹੈ, ਇਸ ਬੇਸ ਤੇ ਹੁਣ ਕੁਐਸਚਨ ਕਰਦੇ ਹਾਂ। ਦ ਪ੍ਰੋਡਕਟ ਆਫ ਟੂ ਨੈਚੁਰਲ ਨੰਬਰ, ਆਪਾਂ ਨੂੰ ਕੀ ਕੀਤਾ ਪਿਆ ਗੁਣਾ ਕਰਕੇ ਦੋ ਨੰਬਰਾਂ ਦਾ, ਦੋ ਨੰਬਰ ਦਾ ਗੁਣਾ ਕਰਕੇ, ਦੋ ਸੰਖਿਆਵਾਂ ਦਾ ਗੁਣਾ ਆਪਾਂ ਨੂੰ ਦਿੱਤਾ ਪਿਆ ਪ੍ਰੋਡਕਟ 1320। ਤੇ ਬੱਚੇ ਐਚਸੀਐਫ ਦਿੱਤਾ ਪਿਆ 6, ਮਹੱਤਵ ਦਿੱਤਾ ਪਿਆ 6, ਤੇ ਆਪਾਂ ਨੇ ਕੀ ਫਾਈਂਡ ਕਰਨਾ ਹੈ ਐਲਸੀਐਮ ਫਾਈਂਡ ਕਰਨਾ ਹੈ। ਠੀਕ ਹੈ ਬੱਚੇ, ਪਹਿਲੀ ਗੱਲ ਤਾਂ ਧਿਆਨ ਚ ਰੱਖਣੀ ਹੈ ਕਿਸੇ ਵੀ ਕੁਐਸਚਨ ਨੂੰ ਕਰਨ ਦੇ ਦੋ ਅਪਰੋਚਿਸ ਹੁੰਦੇ ਆ, ਦੋ ਤਰੀਕੇ ਹੁੰਦੇ ਆ। ਠੀਕ ਹੈ, ਦੇਖੋ ਜਿਵੇਂ ਮੰਨ ਲਓ ਇਹ ਆਪਸ਼ਨ A B C D, ਪਹਿਲੀ ਅਪਰੋਚ ਆਪਣੀ ਕੀ ਹੁੰਦੀ ਹੈ ਜਾਂ ਤਾਂ ਸਹੀ ਆਨਸਰ ਫਾਈਂਡ ਕਰ ਲਓ ਸੋਲਵ ਕਰਕੇ, ਇਹ ਸਹੀ ਹੈ, ਇਹਦਾ ਮਤਲਬ ਬਾਕੀ ਕੀ ਹੋ ਗਏ ਗਲਤ ਹੋ ਗਏ, ਇਹ ਆਪਣੀ ਪਹਿਲੀ ਅਪਰੋਚ ਹੋਈ। ਦੂਜੀ ਅਪਰੋਚ ਕੀ ਹੋਈ ਬੱਚੇ, ਆਪਸ਼ਨ ਆਪਾਂ ਨੂੰ ਗਿਵਨ ਹੈ A B C D, ਆਪਾਂ ਨੂੰ ਜੋ ਗਿਵਨ ਹੈ ਨਾ ਉਸ ਤੋਂ ਐਨਾਲਿਸਿਸ ਕਰਨਾ ਹੈ ਕਿ ਵੀ ਜਿਹੜੇ ਆਪਸ਼ਨ ਹੈ ਪਹਿਲਾਂ ਉਹ ਗਲਤ ਕਰ ਦੋ। ਜਿਵੇਂ ਮੰਨ ਲਓ ਡੀ ਨੇ ਕੋਈ ਕੰਡੀਸ਼ਨ ਨਹੀਂ ਸੈਟੀਸਫਾਈ ਕੀਤੀ ਹੈ ਨਾ, ਡੀ ਕੱਟਤਾ ਐਲੀਮੀਨੇਟ ਕਰਤਾ, ਸੀ ਕੱਟਤਾ, ਬੀ ਕੱਟਤਾ, ਤਾਂ ਜਿਹੜਾ ਹੁਣ ਬੱਚਾ ਉਹਨੂੰ ਤਾਂ ਸਹੀ ਹੋਣਾ ਹੀ ਪੈਣਾ ਹੈ। ਠੀਕ ਹੈ, ਪਹਿਲੀ ਟ੍ਰਿਕ ਆਪਣਾ ਪਹਿਲਾ ਅਪਰੋਚ ਕੀ ਹੈ ਕਿ ਵੀ ਸਹੀ ਵਾਲਾ ਲੱਭ ਲਓ, ਤੇ ਦੂਜੀ ਅਪਰੋਚ ਕੀ ਹੈ ਕਿ ਵੀ ਜਿਹੜੇ ਤਿੰਨ ਗਲਤ ਹੈ ਨਾ ਪਹਿਲਾਂ ਉਹਨਾਂ ਨੂੰ ਐਲੀਮੀਨੇਟ ਕਰ ਦੋ, ਉਹਨਾਂ ਨੂੰ ਕੱਟ ਦੋ, ਫਿਰ ਜਿਹੜਾ ਬਚੇਗਾ ਆਪਣੇ ਕੋਲ ਸਹੀ ਆਨਸਰ ਹੋਏਗਾ। ਪਹਿਲਾਂ ਆਪਾਂ ਇਹੀ ਕੁਐਸਚਨ ਨੂੰ ਪਹਿਲੀ ਅਪਰੋਚ ਨਾਲ ਕਰਦੇ ਹਾਂ, ਫਿਰ ਇਹਨੂੰ ਸੈਕੰਡ ਅਪਰੋਚ ਨਾਲ ਕਰਾਂਗੇ। ਠੀਕ ਹੈ ਬੱਚੇ, ਇਹ ਕਿ ਵੀ ਸੈਕੰਡ ਅਪਰੋਚ ਨਾਲ ਨਾ ਕਈ ਵਾਰ ਟਾਈਮ ਬਚ ਜਾਂਦਾ ਆਪਣਾ। ਤੇ ਦੇਖੋ ਆਪਾਂ ਨੂੰ ਇਹ ਪ੍ਰੋਪਰਟੀ ਪਤਾ ਹੈ ਕਿ ਵੀ ਪ੍ਰੋਡਕਟ ਦਿੱਤਾ ਵੇ ਦੋ ਨੰਬਰ ਦਾ, ਠੀਕ ਹੈ ਜੀ, ਲਿਖਤਾ 1320। ਉਸ ਤੋਂ ਬਾਅਦ ਐਲਸੀਐਮ ਆਪਾਂ ਲੱਭਣਾ ਜੀ, ਠੀਕ ਹੈ ਜੀ, ਉਸ ਤੋਂ ਬਾਅਦ ਐਚਸੀਐਫ 6 ਗਿਵਨ ਹੈ, ਤਾਂ ਇੱਥੇ ਆਪਣਾ ਐਲਸੀਐਮ ਕਿੰਨਾ ਬਣੇਗਾ ਬੱਚੇ, ਜਦੋਂ 1320 ਨੂੰ 6 ਨਾਲ ਡਿਵਾਈਡ ਕਰੋਗੇ, ਤਾਂ ਜਦੋਂ ਤੁਸੀਂ ਡਿਵਾਈਡ ਕੀਤਾ 1320 ਨੂੰ 6 ਨਾਲ, 2 ਫਿਰ 2 ਤੇ ਗਿਆ, ਫਿਰ 0 ਤੇ, ਮਤਲਬ ਇਹ ਆਨਸਰ ਕੀ ਆ ਗਿਆ 220। ਮਤਲਬ ਜੀ ਆਪਣਾ ਆਨਸਰ ਪਹਿਲਾ ਆ ਗਿਆ, ਇਹ ਗਲਤ ਹੈ, ਇਹ ਗਲਤ ਹੋਇਆ, ਇਹ ਗਲਤ ਹੋ, ਜੇ ਪਹਿਲਾ ਆਨਸਰ ਹੈ ਆਪਣਾ ਤਾਂ ਬਾਕੀ ਆਪਸ਼ਨ ਤੱਕ ਗਲਤੀ ਹੋਈ। ਠੀਕ ਹੈ, ਇਹ ਆਪਣੀ ਪਹਿਲੀ ਅਪਰੋਚ ਸੀ। ਦੂਜੀ ਅਪਰੋਚ ਵਿੱਚ ਸੇਮ ਕੁਐਸਚਨ ਹੈ, ਦੇਖੋ ਦ ਪ੍ਰੋਡਕਟ ਆਫ ਟੂ ਨੰਬਰਸ ਇਜ਼ 1320, ਦੋ ਨੰਬਰਾਂ ਨੂੰ ਆਪਾਂ ਨੂੰ ਪ੍ਰੋਡਕਟ ਕਰਕੇ ਦਿੱਤਾ ਪਿਆ, ਐਚਸੀਐਫ ਵੀ ਦਿੱਤਾ ਪਿਆ,
ਐਲਸੀਐਮ ਫਾਈਂਡ ਕਰਨਾ ਆਪਾਂ, ਠੀਕ ਹੈ, ਐਲਸੀਐਮ ਫਾਈਂਡ ਕਰਨਾ। ਦੇਖੋ ਬੱਚੇ, ਆਪਾਂ ਨੂੰ ਇਹ ਪ੍ਰੋਪਰਟੀ ਪਤਾ ਹੈਗੀ ਹੈ ਕਿ ਵੀ ਦੋ ਨੰਬਰਾਂ ਦਾ ਜਦ ਗੁਣਾ ਕਰਦੇ ਹੋ ਕਿਹਦੇ ਇਕੁਅਲ ਹੁੰਦਾ ਹੈ, ਉਹਨਾਂ ਦੇ ਐਲਸੀਐਮ ਤੇ ਉਹਨਾਂ ਦੇ ਐਚਸੀਐਫ ਦੇ ਗੁਣਾ ਦੇ ਬਰਾਬਰ ਹੁੰਦਾ ਹੈ। ਤਾਂ ਬੱਚੇ ਇੱਥੇ ਆਪਾਂ ਨੇ ਪ੍ਰੋਡਕਟ ਰੱਖਤਾ ਜੋ ਗਿਵਨ ਸੀ, ਇੱਥੇ ਕੀ ਰੱਖਤਾ, ਐਚਸੀਐਫ ਰੱਖਤਾ। ਹੁਣ ਜ਼ਰਾ ਤੁਸੀਂ ਦੇਖੋ ਕਿ ਵੀ ਇਹ 4 ਡਿਜਿਟ ਨੰਬਰ ਹੈ, ਤੁਸੀਂ ਇੱਥੇ ਰੱਖ ਕੇ ਦੇਖੋ 7920। ਜੇ ਤੁਸੀਂ ਇਹਦਾ ਗੁਣਾ ਕਰੋਗੇ ਇਹ ਵਾਲੇ ਨੰਬਰ ਤੋਂ ਤਾਂ ਵੱਡਾ ਜਾਊਗਾ, ਪਰ ਆਪਾਂ ਨੂੰ ਕੀ ਚਾਹੀਦਾ, ਬਰਾਬਰ ਚਾਹੀਦਾ। मतलब 7920 नहीं हो सकता, मतलब डी ਕੀ ਕੱਟ ਹੋ ਗਿਆ। ਫਿਰ ਤੁਸੀਂ ਇਸੀ ਜਗ੍ਹਾ ਤੇ 1326 ਰੱਖ ਕੇ ਦੇਖਿਆ, ਜੇ ਆਨਸਰ ਬਣਦਾ ਹੈ ਤਾਂ ਇਹਨੂੰ ਸੈਟੀਸਫਾਈ ਕਰਨਾ ਚਾਹੀਦਾ, ਪਰ ਜਦੋਂ ਤੁਸੀਂ ਇਹਦਾ ਵੀ ਗੁਣਾ ਕਰੋਗੇ ਤਾਂ ਇਹ ਇਸ ਤੋਂ ਵੱਡਾ, ਇਹਦਾ ਜਦੋਂ 6 ਗੁਣਾ ਕਰੋਗੇ 1320 ਤੋਂ ਹੋਰ ਵੱਡਾ ਹੋ ਜਾਏਗਾ, ਇਹ ਤਾਂ ਬਰਾਬਰ ਆਣ ਹੀ ਨਹੀਂ ਲੱਗੇ। ਫਿਰ ਮਤਲਬ ਇਹ ਪ੍ਰੋਪਰਟੀ ਸੈਟੀਸਫਾਈ ਨਹੀਂ ਹੋ ਰਹੀ ਜਿਹੜੀ ਹੋਣੀ ਚਾਹੀਦੀ, ਇਹ ਵੀ ਆਪਸ਼ਨ ਬਾਹਰ ਹੋ ਗਿਆ। ਫਿਰ ਤੁਸੀਂ ਬੀ ਆਪਸ਼ਨ ਦੇਖਿਆ 1314 ਹੈ ਨਾ, ਇਹ ਵੀ ਜਦੋਂ ਤੁਸੀਂ 6 ਨਾਲ ਗੁਣਾ ਕਰੋਗੇ ਤਾਂ ਇਹ ਵੀ 1320 ਤੋਂ ਵੱਡਾ ਜਾਊਗਾ, ਮਤਲਬ ਫਿਰ ਬੀ ਆਪਸ਼ਨ ਵੀ ਨਹੀਂ ਹੋ ਸਕਦਾ। ਤਾਂ ਆਪਣੇ ਕੋਲ ਕਿਹੜਾ ਬਚਿਆ, ਆਪਸ਼ਨ ਪਹਿਲਾ ਬਚਿਆ। ਬੱਚੇ ਵੈਸੇ ਮੈਂ ਇੱਥੇ ਤੁਹਾਨੂੰ ਸਿਰਫ ਦੱਸਿਆ ਨਾ ਕਿ ਵੀ, ਨਹੀਂ ਤਾਂ ਤੁਹਾਨੂੰ ਦੇਖ ਕੇ ਪਤਾ ਲੱਗ ਰਿਹਾ ਕਿ ਵੀ ਇਹ ਨੰਬਰ ਹੈਗਾ ਹੀ 1320 ਤੋਂ ਵੱਡਾ ਹੈ, ਤੇ ਇਹਨੂੰ 6 ਨਾਲ ਗੁਣਾ ਕਰੋਗੇ ਹੋਰ ਵੱਡਾ ਜਾਏਗਾ। ਤਾਂ ਇਹ ਆਪਸ਼ਨ ਦੇਖ ਕੇ ਕੱਟ ਹੋ ਰਿਹਾ ਵੀ ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ, ਤਾਂ ਆਪਸ਼ਨ ਮੇਰਾ ਕੀ ਹੋਇਆ, ਸੈਕਿੰਡ ਹੀ ਹੋਇਆ, ਮਤਲਬ ਫਸਟ ਆਪਸ਼ਨ ਹੋਇਆ 2220। 220 ਮਤਲਬ ਬੀ ਸੀ ਡੀ ਤਿੰਨੋਂ ਆਪਸ਼ਨ ਕੀ ਹੋ ਗਏ, ਐਲੀਮੀਨੇਟ ਹੋ ਗਏ, ਕੱਟ ਤੇ ਆਪਾਂ। ਹੁਣ ਬੱਚੇ ਐਚਸੀਐਫ, ਇਹ ਚੀਜ਼ ਧਿਆਨ ਰੱਖਣੀ ਹੈ ਕਿ ਵੀ ਜਦੋਂ ਦੋਨੋਂ ਨੰਬਰ ਆਪਾਂ ਨੂੰ ਸੇਮ ਦਿੱਤੇ ਹੋਣ ਉਹਦਾ ਐਚਸੀਐਫ ਉਹ ਖੁਦ ਹੁੰਦਾ ਹੈ। ਐਗਜ਼ਾਮਪਲ ਪੱਖੋਂ ਦੇਖ ਲਿਆ, ਆ ਦੇਖੋ 4 ਦੇ ਪਹਿਲਾਂ ਫੈਕਟਰਸ ਲਿਖੇ, 4 ਦੇ ਸਾਹਮਣੇ ਫੈਕਟਰਸ ਲਿਖੇ ਕੀ 1 2 4, ਇਹ ਵੀ ਸੇਮ ਨੰਬਰ ਹੈ 4, ਇਹਦੇ ਵੀ ਉਹੀ ਫੈਕਟਰਸ ਬਣਨਗੇ, ਕੋਮਨ ਵੀ ਇਹੀ ਹੋਣਗੇ, ਤਿੰਨੋਂ ਹੀ ਕੋਮਨ ਹੈ ਤੇ ਸਭ ਤੋਂ ਵੱਡਾ 4 ਹੀ ਬਣੇਗਾ, ਤਾਂ ਆਪਣਾ ਐਚਸੀਐਫ ਕਿੰਨਾ ਆ ਗਿਆ 4। ਬੱਚੇ ਦੇਖੋ, ਜਦੋਂ ਤੁਸੀਂ ਸੇਮ ਨੰਬਰ, ਆਪਾਂ ਨੂੰ ਪਤਾ ਹੈ ਕਿ ਵੀ ਹਰ ਇੱਕ ਨੰਬਰ ਆਪਣੇ ਆਪ ਨੂੰ ਡਿਵਾਈਡ ਕਰਦਾ ਹੈ, ਆਪਣੇ ਆਪ ਦਾ ਫੈਕਟਰ ਹੁੰਦਾ ਹੈ ਨਾ, ਹਰ ਨੰਬਰ ਆਪਣੇ ਟੇਬਲ ਤੇ ਆਉਂਦਾ ਹੈ। ਤਾਂ ਤੁਸੀਂ ਇੰਨਾ ਪਤਾ ਲੱਗ ਗਿਆ ਕਿ ਜਦੋਂ ਤੁਸੀਂ a ਦੇ ਫੈਕਟਰਸ ਲਿਖੋਗੇ 1 ਆਏਗਾ ਸਭ ਤੋਂ, ਫਿਰ ਉਸ ਤੋਂ ਬਾਅਦ a ਪੱਕਾ ਆਏਗਾ, ਹਰ ਨੰਬਰ ਆਪਣੇ ਆਪ ਦਾ ਫੈਕਟਰ ਹੁੰਦਾ ਹੈ, ਮਤਲਬ ਜਦੋਂ ਤੁਸੀਂ ਵੱਡਾ ਵਾਲਾ ਸਿਲੈਕਟ ਕਰੋਗੇ ਖੁਦ a ਹੀ ਹੋਏਗਾ। ਤਾਂ ਇਹ ਕਾਮਨ ਸੈਂਸ ਹੈ ਵੀ ਆਪਣੀ ਜਿਹੜੀ ਐਚਸੀਐਫ ਹੈ ਦੋ ਸੇਮ ਨੰਬਰਾਂ ਦੀ, ਉਹ ਨੰਬਰ ਖੁਦ ਹੀ ਹੁੰਦਾ ਹੈ। ਜੇ ਐਚਸੀਐਫ ਤੁਹਾਨੂੰ ਕਿਸੇ ਵੱਡੇ ਨੰਬਰ ਦਾ ਲਿਖ ਦੇਣ 2350, ਇੱਥੇ ਵੀ ਲਿਖ ਦੇਣ 2350, ਤਾਂ ਇਹਦਾ ਕੁਝ ਸੋਚਣਾ ਨਹੀਂ, ਸਿੱਧਾ ਲਿਖ ਦਿਓ 2350। ਸੇਮ ਨੰਬਰਾਂ ਦਾ ਗ੍ਰੇਟੈਸਟ ਜਿਹੜਾ ਹੈਗਾ ਕਾਮਨ ਫੈਕਟਰ, ਉਹ ਨੰਬਰ ਖੁਦ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਬੱਚੇ ਇਸ ਦੇ ਬੇਸ ਤੇ ਕੁਐਸਚਨ ਕਰਦੇ ਹਾਂ, ਠੀਕ ਹੈ ਜੀ। ਆਪਾਂ ਨੂੰ ਹੁਣ ਪਹਿਲਾਂ ਪ੍ਰੋਡਕਟ ਗਿਵਨ ਸੀ ਦੋ ਨੰਬਰਾਂ ਦਾ, ਹੁਣ ਆਪਾਂ ਨੂੰ ਸਮ ਗਿਵਨ ਹੈ। ਦ ਸਮ ਆਫ ਟੂ ਨੰਬਰ ਇਜ਼ 216, ਠੀਕ ਹੈ ਜੀ। ਕੋਈ ਦੋ ਨੰਬਰ ਹੈ n1 n2 ਕੋਈ ਵੀ ਲੈ ਲਓ, ਮਤਲਬ a b ਕੋਈ ਦੋ ਨੰਬਰ ਹੈ, ਉਹਨਾਂ ਦਾ ਜੋੜ ਕਰਕੇ ਦੇਤਾ ਜੀ 216, ਠੀਕ ਹੈ। ਉਸ ਤੋਂ ਬਾਅਦ HCF ਵੀ ਦੇਤਾ, ਓਕੇ ਜੀ HCF ਦੇਤਾ। ਹੁਣ ਆਪਾਂ ਨੂੰ ਕੀ ਕਿਹਾ, ਨੰਬਰਸ ਫਾਈਂਡ ਕਰਨੇ ਆ ਕਿ ਵੀ ਕਿਹੜੇ ਨੰਬਰਸ ਹੈ, ਕਿਹੜੇ ਦੋ ਨੰਬਰ ਹੈ ਜੀ ਜਿਨ੍ਹਾਂ ਦਾ ਜੋੜ ਕਰਕੇ 216 ਬਣਦਾ ਹੈ ਤੇ ਉਹਨਾਂ ਦਾ HCF ਕੀ ਹੁੰਦਾ ਹੈ 27 ਬਣਦਾ ਹੈ। ਦੇਖੋ ਬੱਚੇ, ਇੱਕ ਤਾਂ ਆਪਣੀ ਉਹੀ ਅਪਰੋਚ ਹੋ ਗਈ ਪਹਿਲੀ ਕਿ ਵੀ ਤੁਸੀਂ ਜੀ ਪਹਿਲਾਂ HCF ਫਾਈਂਡ ਕਰ ਲਓ, ਜੋੜ ਦੇਖ ਲਓ, ਜਿਹੜਾ ਦੋਨੋਂ ਚੀਜ਼ਾਂ ਸੈਟੀਸਫਾਈ ਕਰਦਾ ਹੈ ਉਹ ਆਪਣਾ ਆਪਸ਼ਨ ਹੋ ਜਾਏਗਾ। ਜਾਂ ਤੁਸੀਂ ਬੱਚੇ ਅਪਰੋਚ 2 ਯੂਜ਼ ਕਰ ਲਓ, ਉਸ 'ਚ ਕੀ ਹੁੰਦਾ ਕਿ ਵੀ ਗਲਤ ਆਪਸ਼ਨ ਕੱਟਣੇ ਹੁੰਦੇ ਆ ਜਲਦੀ ਜਲਦੀ ਦੇਖ ਕੇ ਕਿ ਵੀ ਨਹੀਂ ਇਹ ਆਪਸ਼ਨ ਨਹੀਂ ਬਣਦਾ ਕੱਟ ਜੀ, ਇਹ ਆਪਸ਼ਨ ਨਹੀਂ ਬਣਦਾ ਕੱਟ, ਇਹ ਆਪਸ਼ਨ ਨਹੀਂ ਬਣਦਾ, ਜਿਹੜਾ ਬਚ ਗਿਆ ਉਹ ਬਣ ਰਿਹਾ ਜੀ, ਉਹ ਆਨਸਰ ਆ ਗਿਆ, ਠੀਕ ਹੈ ਬੱਚੇ। ਹੁਣ ਆਪਾਂ ਪਹਿਲਾਂ ਆਪਸ਼ਨ ਕੱਟਣੇ ਸਿੱਖਣੇ ਆ ਕਿ ਵੀ ਇਹਦੇ ਨਾਲ ਟਾਈਮ ਬਚਦਾ। ਦੇਖੋ, ਆਪਾਂ ਨੂੰ ਦੋ ਨੰਬਰ ਗਿਵਨ ਹੈ, ਮਤਲਬ ਦੋ ਨੰਬਰ ਲੱਭਣਾ ਜਿਨ੍ਹਾਂ ਦਾ ਸਮ ਗਿਵਨ ਹੈ, ਆਪਾਂ ਨੂੰ ਦਿੱਤਾ ਪਿਆ ਜੋੜ ਫਲ ਦਿੱਤਾ ਪਿਆ ਉਹਨਾਂ ਦਾ 216, ਕਿ ਦੋ ਨੰਬਰ ਜਿਨ੍ਹਾਂ ਦਾ ਜੋੜ ਕਰਕੇ 216 ਬਣ ਰਿਹਾ। ਜੇ ਇਹ ਉਹ ਨੰਬਰ ਹੈ ਜਾਂ ਇਹ ਉਹ ਨੰਬਰ ਹੈ ਜਾਂ ਇਹ ਉਹ ਨੰਬਰ ਹੈ ਜਾਂ ਇਹ ਵਾਲਾ ਆਪਣਾ ਕੁਐਸਚਨ ਦਾ ਆਨਸਰ ਹੈ, ਤਾਂ ਇਹਨਾਂ ਦਾ ਜੋੜ ਕਿੰਨਾ ਬਣਨਾ ਚਾਹੀਦਾ, 216 ਬਣਨਾ ਚਾਹੀਦਾ। ਚਲੋ ਜੀ, ਆਪਾਂ ਸਾਰਿਆਂ ਦਾ ਜੋੜ ਕੱਢਦੇ ਹਾਂ, 154 162, ਇਹਨਾਂ ਨੂੰ ਐਡ ਕਰ ਲਓ, ਸਮ ਗਿਵਨ ਹੈ ਨਾ, ਇਹ ਆ ਗਿਆ 6 1 ਕੈਰੀ ਗਿਆ 316, ਪਰ ਉਹ ਤਾਂ ਕਹਿ ਰਹੇ ਕਿ ਵੀ ਆਪਾਂ ਨੂੰ ਕੁਐਸਚਨ 'ਚ 216 ਹੋਣਾ ਚਾਹੀਦਾ ਉਹਨਾਂ ਦਾ ਜੋੜ, ਇਹ ਤਾਂ ਆਪਸ਼ਨ ਫਿਰ ਹੋ ਨਹੀਂ ਸਕਦੀ, ਕੱਟ ਦੋ। ਇੱਧਰ ਦੇਖੋ ਬੱਚੇ, ਸੀ ਆਪਸ਼ਨ 'ਚ ਇਹਨਾਂ ਦਾ ਜੋੜ ਕੀਤਾ ਆਪਾਂ ਨੇ 108 108, ਇਹਦਾ ਸਮ ਕੀਤਾ 16, ਇੱਧਰ 2 ਆ ਗਿਆ, ਮਤਲਬ ਸਮ ਆਪਣਾ ਠੀਕ ਬਣ ਰਿਹਾ, ਪਰ ਹਲੇ ਟਿਕ ਨਹੀਂ ਕਰਨਾ, ਠੀਕ ਹੈ। ਉਸ ਤੋਂ ਬਾਅਦ ਇਹਦਾ ਕਰਕੇ ਦੇਖੋ 81 189 0 7 2, ਇਹ ਵੀ ਆਪਸ਼ਨ ਗਲਤ ਹੋ ਗਿਆ। ਆਪਾਂ ਨੂੰ ਜੋੜ ਕਿੰਨਾ ਚਾਹੀਦਾ, 216 ਚਾਹੀਦਾ ਹੈ ਨਾ, ਤਾਂ ਕੀ ਕਹਿੰਦੇ ਆ ਇਹ ਬੀ ਵੀ ਕੱਟ ਹੋ ਗਿਆ, ਠੀਕ ਹੈ। ਤੁਸੀਂ ਇਹਦੇ ਨਾਲ ਬੀ ਆਪਸ਼ਨ ਕੱਟ ਕਰਤਾ,
डी ਕੱਟਤਾ। ਠੀਕ ਹੈ, ਹੁਣ ਪਹਿਲੇ ਆਪਸ਼ਨ ਦਾ ਦੇਖੋ ਵੀ ਜੋੜ ਕਿੰਨਾ ਬਣ ਰਿਹਾ 27 189। ਇਹਨਾਂ ਨੂੰ ਜਦੋਂ ਤੁਸੀਂ ਜੋੜਿਆ ਤੇ ਬਣਿਆ 612, ਮਤਲਬ ਇਹ ਆਪਣਾ ਸਮ ਕਿੰਨਾ ਆ ਗਿਆ 216। ਮਤਲਬ ਆਪਾਂ ਹਲੇ ਆਪਣਾ A ਆਪਸ਼ਨ ਵੀ ਪਿਆ C ਆਪਸ਼ਨ ਵੀ ਪਿਆ ਪਰ ਸਹੀ ਕੋਈ ਇੱਕ ਆਪਸ਼ਨ ਹੈ। ਹੁਣ ਆਪਾਂ ਦੂਜੀ ਕੰਡੀਸ਼ਨ ਕੀ ਗਿਵਨ ਆ ਉਹ ਚੈੱਕ ਕਰਦੇ ਹਾਂ, ਕੀ ਪਤਾ ਉਹਦੇ ਨਾਲ ਆਪਸ਼ਨ ਕੱਟ ਹੋ ਜੇ ਆਪਣਾ। ਠੀਕ ਹੈ, ਹੁਣ ਦੇਖੋ ਬੱਚੇ HCF ਉਹਨਾਂ ਨੇ ਕਿਹਾ 27 ਹੈ, ਪਰ ਹੁਣੀ ਤੁਹਾਨੂੰ ਦੱਸਿਆ ਮੈਨੇ HCF ਜਿਹੜਾ ਹੈ ਕਿਸੇ ਦੋ ਨੰਬਰਾਂ ਦਾ ਆਪਾਂ ਜਦੋਂ ਲੈਂਦੇ ਆ A, A ਉਹਦਾ HCF ਨੰਬਰ ਆਪ ਆਉਂਦਾ ਹੈ। ਤਾਂ ਤੁਸੀਂ ਦੇਖੋ ਇਹ ਦੋਨੋਂ ਨੰਬਰ ਸੇਮ ਨਹੀਂ ਹੈ। ਜਦੋਂ ਤੁਸੀਂ ਇਹਨਾਂ ਦਾ HCF ਲਓਗੇ, ਹਾਈਐਸਟ ਕਾਮਨ ਫੈਕਟਰ ਕੱਢੋਗੇ 108 ਦਾ ਉਹਦਾ 108 ਹੀ ਆਏਗਾ। ਪਰ ਆਪਾਂ ਨੂੰ ਆਪਣੇ ਦੋ ਨੰਬਰਾਂ ਦਾ HCF ਕਿੰਨਾ ਚਾਹੀਦਾ 27, ਮਤਲਬ C ਆਪਸ਼ਨ ਵੀ ਨਹੀਂ ਹੋ ਸਕਦਾ। ਇਹਦਾ ਮਤਲਬ ਕੀ ਹੈ ਆਪਸ਼ਨ A ਸਹੀ ਹੈ। ਇੱਥੇ ਆਪਾਂ ਨੂੰ HCF ਕੱਢ ਕੇ ਨਹੀਂ ਦੇਖਣਾ ਪਿਆ ਇਹ ਦੋ ਨੰਬਰ ਦਾ ਦੂਜੀ ਅਪਰੋਚ ਟਾਈਮ, ਤਾਂ ਆਪਣੇ ਸਾਰੇ ਆਪਸ਼ਨ ਕੱਟੇ ਗਏ, ਮਤਲਬ B ਕੱਟਿਆ ਗਿਆ, C ਕੱਟਿਆ ਗਿਆ, D ਕੱਟਿਆ ਗਿਆ, ਤਾਂ ਆਪਣਾ ਆਪਸ਼ਨ ਕੀ ਹੈ A ਆਨਸਰ ਬਣ ਰਿਹਾ। ਇਹ ਆਪਾਂ ਨੇ ਸੈਕਿੰਡ ਅਪਰੋਚ ਨਾਲ ਕੀਤਾ ਸੀ ਕਿ ਪਹਿਲਾਂ ਆਪਾਂ ਜਿਹੜੀ ਆਪਾਂ ਨੂੰ ਇੱਕ ਕੰਡੀਸ਼ਨ ਗਿਵਨ ਸੀ ਸਮ ਵਾਲੀ 216 ਉਹ ਲਗਾ ਕੇ ਦੇਖੀ, ਉਹਦੇ ਨਾਲ ਆਪਣਾ B ਵੀ ਕੱਟਿਆ ਗਿਆ ਸੀ, D ਵੀ ਕੱਟਿਆ ਗਿਆ ਸੀ। ਫਿਰ ਸੈਕਿੰਡ ਕੰਡੀਸ਼ਨ ਯੂਜ਼ ਕੀਤੀ, ਉਸ 'ਚ ਕਹਿੰਦੇ ਸੀ ਵੀ HCF 27 ਹੋਣਾ ਚਾਹੀਦਾ, ਪਰ ਆਪਾਂ ਨੇ ਦੇਖਿਆ ਕਿ ਆਪਸ਼ਨ 'ਚ ਤਾਂ HCF 108 ਬਣ ਰਿਹਾ, ਮਤਲਬ ਇਹ ਦੋ ਨੰਬਰ ਵੀ ਨਹੀਂ ਹੋ ਸਕਦੇ, ਤਾਂ C ਵੀ ਕੱਟ ਹੋ ਗਿਆ। ਫਿਰ ਆਪਣੇ ਕੋਲ ਕੀ ਬਚਿਆ ਆਪਸ਼ਨ A ਬਚਿਆ, ਤਾਂ ਆਪਸ਼ਨ A ਆਪਣਾ ਆਨਸਰ ਆ ਗਿਆ। ਠੀਕ ਹੈ, ਇੱਕ ਬੱਚੇ ਇਹ ਦੇਖਣਾ ਕਿ ਵੀ ਇੱਕ ਫਾਰਮੂਲਾ ਹੁੰਦਾ ਹੈ ਕਿ ਵੀ ਜਦੋਂ ਆਪਾਂ ਕੋਈ ਫ੍ਰੈਕਸ਼ਨ ਆ ਜਾਂਦੀ ਹੈ, ਫ੍ਰੈਕਸ਼ਨ ਮਤਲਬ ਜਿਵੇਂ ਬੱਚੇ ਇਵੇਂ ਦਾ ਕੋਈ ਨੰਬਰ ਭੀਨਾ ਆ ਜਾਂਦੀ ਹੈ, ਜਿਵੇਂ ਪੰਜਾਬੀ 'ਚ ਭੀਨਾ ਕਹਿੰਦੇ ਆ ਫ੍ਰੈਕਸ਼ਨ ਨੂੰ, ਤੇ ਇਹਦਾ ਉੱਤੇ ਵਾਲਾ ਜਿਹੜਾ ਹੁੰਦਾ ਬੱਚੇ ਉਹ ਨਿਊਮੀਰੇਟਰ ਹੁੰਦਾ ਹੈ, ਨੀਚੇ ਵਾਲਾ ਡਿਨੋਮੀਨੇਟਰ ਹੁੰਦਾ ਹੈ। ਠੀਕ ਹੈ, ਤੇ ਇਹਨੂੰ ਅੰਸ਼ ਕਹਿੰਦੇ ਆ, ਇਹਨੂੰ ਹਰ ਕਹਿੰਦੇ ਆ। ਠੀਕ ਹੈ, ਹੁਣ ਬੱਚੇ ਕੀ ਕਰਨਾ ਜਦੋਂ ਆਪਾਂ ਨੇ ਫ੍ਰੈਕਸ਼ਨ ਦਾ HCF ਜਾਂ LCM ਕੱਢਣਾ ਤਾਂ ਨਿਊਮੀਨੇਟਰ ਚੱਕ ਲੈ ਉਹਨਾਂ ਦਾ HCF ਕਰਤਾ, LCM ਚੱਕ ਲੈ ਡਿਨੋਮੀਨੇਟਰ ਦੇ LCM ਕਰ ਲਿਆ। ਉਸ ਤੋਂ ਬਾਅਦ ਇੱਧਰ ਵੀ LCM ਵਿੱਚ ਨਿਊਮੀਨੇਟਰ 'ਚ LCM ਹੈ ਤੇ HCF ਵਿੱਚ ਨਿਊਮੀਨੇਟਰ 'ਚ HCF ਹੈ, ਤੇ ਨੀਚੇ ਵਾਲੇ 'ਚ ਆਪੋजिट है, ਜੇ HCF कहता है LCM ਰੱਖਤਾ, ਜੇ LCM कहता है HCF ਰੱਖਤਾ। ਠੀਕ ਹੈ, ਕੁਐਸਚਨ ਕਰਦੇ ਆ ਬੱਚੇ। ਹੁਣ ਆਪਾਂ ਨੂੰ ਫਾਈਂਡ ਕਿਹਦਾ ਕਰਨਾ ਦੇਖੋ 2/3 8/9 64/81 and 10/27। ਠੀਕ ਹੈ ਬੱਚੇ, ਇਹ ਆਪਾਂ ਨੂੰ ਚਾਰ ਫ੍ਰੈਕਸ਼ਨ ਗਿਵਨ ਹੈ, ਇਹਨਾਂ ਦਾ HCF ਫਾਈਂਡ ਕਰਨਾ ਹੈ। HCF ਕਿਵੇਂ ਰੱਖਾਂਗੇ ਆਪਾਂ ਆਪਣਾ ਫਾਰਮੂਲਾ ਯੂਜ਼ ਕਰਕੇ, ਇਹ ਗਿਵਨ ਫਾਰਮੂਲਾ ਕੀ ਕਰਨਾ ਬੱਚੇ HCF ਆਫ ਨਿਊਮੀਨੇਟਰ ਚੱਕਣਾ ਸਾਰੀ ਫ੍ਰੈਕਸ਼ਨ ਦੇ, ਇਹਦਾ ਕਿਹੜਾ 2, ਅਗਲੀ ਫ੍ਰੈਕਸ਼ਨ ਦਾ 8, ਉਸ ਤੋਂ ਅਗਲੀ ਦਾ 64, ਫਿਰ 10। ਠੀਕ ਹੈ, ਉਸ ਤੋਂ ਬਾਅਦ ਨੀਚੇ ਕੀ ਰੱਖਣਾ ਹੈ LCM ਰੱਖਣਾ ਹੈ। ਹੁਣ ਡਿਨੋਮੀਨੇਟਰ ਚੱਕਣੇ ਹੈ, ਇਹ ਫ੍ਰੈਕਸ਼ਨ ਦਾ ਡਿਨੋਮੀਨੇਟਰ ਕਿੰਨਾ ਹੈ 3, ਉਸ ਤੋਂ ਬਾਅਦ ਸੈਕਿੰਡ ਫ੍ਰੈਕਸ਼ਨ ਦਾ ਡਿਨੋਮੀਨੇਟਰ ਕਿੰਨਾ ਹੈ 9, ਇਸ ਦਾ ਡਿਨੋਮੀਨੇਟਰ ਕਿੰਨਾ ਹੈ 81 ਐਂਡ ਦੈਨ ਇਹਦਾ ਡਿਨੋਮੀਨੇਟਰ ਕਿੰਨਾ ਹੈ ਜੀ 27। ਠੀਕ ਹੈ ਬੱਚੇ, ਹੁਣ ਆਪਾਂ HCF ਉੱਤੇ ਵਾਲੀ ਟਰਮਸ ਨੂੰ ਇਹਨਾਂ ਨੂੰ ਫੈਕਟਰਸ ਨੂੰ ਖੋਲ, ਇਹ ਜਿਹੜੀ ਟਰਮਸ ਗਿਵਨ ਹੈ ਨਾ ਇਹਨਾਂ ਨੂੰ ਖੋਲ ਕੇ ਲਿਖ ਲੈਣੇ ਆ ਫੈਕਟਰਸ ਵਿੱਚ। ਠੀਕ ਹੈ, ਅਗਲੇ ਸਟੈਪ ਵਿੱਚ ਦੇਖੋ ਬੱਚੇ HCF 2 ਨੂੰ ਲਿਖ ਲਿਆ 2, ਇਹ ਤਾਂ ਹੈ ਹੀ ਇੱਕ ਹੈ ਨਾ, ਉਸ ਤੋਂ ਬਾਅਦ 8 ਨੂੰ ਕੀ ਲਿਖ ਲਿਆ 2 ਦੀ ਪਾਵਰ 3। ਠੀਕ ਹੈ, 64 ਨੂੰ ਕੀ ਲਿਖਿਆ ਬੱਚੇ 2 ਦੀ ਪਾਵਰ 6। ਠੀਕ ਹੈ, 2 ਦੀ ਪਾਵਰ 6, ਤੇ 10 ਨੂੰ ਕਿਵੇਂ ਲਿਖਿਆ 2 ਮਲਟੀਪਲਾਈ 5। ਠੀਕ ਹੈ ਬੱਚੇ, ਸਮਝ ਆਇਆ ਉੱਤੇ ਕੀ ਹੈ ਜਦੋਂ HCF ਪੁੱਛਿਆ ਤਾਂ ਉੱਤੇ ਵਾਲੇ ਨਿਊਮੀਨੇਟਰ ਦਾ HCF ਕਰ ਲਿਆ ਤੇ ਨੀਚੇ ਵਾਲੇ ਦਾ ਜਿਹੜਾ ਡਿਨੋਮੀਨੇਟਰ ਦਾ ਉੱਥੇ ਆਪਾਂ ਸਾਰੇ ਡਿਨੋਮੀਨੇਟਰ ਚੱਕ ਕੇ ਉਹਨਾਂ ਦਾ ਕੀ ਕਰ ਲਿਆ LCM ਕੱਢ ਲਿਆ। ਠੀਕ ਹੈ, ਹੁਣ ਆਪਾਂ ਡਿਨੋਮੀਨੇਟਰ 'ਚ ਲਿਖਦੇ ਹਾਂ ਖੋਲ ਕੇ 3 ਨੂੰ 3 ਲਿਖਣ ਦਿੱਤਾ, 9 ਨੂੰ ਕਿਵੇਂ ਲਿਖ ਸਕਦੇ ਹਾਂ 3 ਦੀ ਪਾਵਰ 2। ਬੱਚੇ ਪਾਵਰ ਦਾ ਕੀ ਮਤਲਬ ਹੁੰਦਾ 3 ਦੀ ਪਾਵਰ 2 ਮਤਲਬ ਉਹਨੂੰ ਉਹਦੇ ਨਾਲ ਗੁਣਾ ਕੀਤਾ ਪਿਆ 2 ਵਾਰੀ, ਜੇ 3 ਦੀ ਪਾਵਰ 3 ਹੈ ਮਤਲਬ ਉਹਨੂੰ 3 ਵਾਰੀ ਮਲਟੀਪਲਾਈ ਕੀਤਾ ਉਹਦੇ ਨਾਲ ਹੀ। ਠੀਕ ਹੈ, ਹੁਣ 81 ਕੀ ਹੁੰਦਾ 3 ਦੀ ਪਾਵਰ 4, ਇਹ ਕਦੋਂ ਆਉਂਦਾ 3 ਦੀ ਪਾਵਰ 3 ਤੇ। ਠੀਕ ਹੈ, ਹੁਣ ਦੇਖੋ ਬੱਚੇ HCF ਕੀ ਹੁੰਦਾ ਹੈ ਹਾਈਐਸਟ ਕਾਮਨ ਫੈਕਟਰ। ਆਪਾਂ ਕੀ ਕਹਿੰਦੇ ਜਦੋਂ H ਗਿਵਨ ਹੈ ਹਾਈਐਸਟ ਆਪਾਂ ਛੋਟੀ ਪਾਵਰ ਲੈਣੀ ਹੁੰਦੀ ਹੈ। ਠੀਕ ਹੈ, ਤਾਂ ਜਦੋਂ ਆਪਾਂ ਛੋਟੀ ਪਾਵਰ ਲਿੱਤੀ, ਪਹਿਲਾਂ ਫੈਕਟਰਸ ਲਿਖ ਲਓ ਕਿਹੜੇ ਕਿਹੜੇ ਆ, ਉੱਤੇ 2 ਤੇ 5 ਆ ਰਹੇ ਆ, ਨੀਚੇ ਇਕੱਲਾ 3 ਆ ਰਿਹਾ। ਹੁਣ 2 ਦੇ ਫੈਕਟਰਸ ਸਿਲੈਕਟ ਕਰੋ, 2 ਦੇ ਫੈਕਟਰਸ ਕਿੰਨੇ ਆ, ਪਾਵਰ ਕਿੰਨੀ ਹੈ 2 ਦੀ ਪਾਵਰ 1,
2 ਦੀ ਪਾਵਰ 3 2 ਦੀ ਪਾਵਰ 6 2 ਦੀ ਪਾਵਰ 1 ਇੱਥੇ ਹਾਈਐਸਟ ਗਿਵਨ ਹੈ ਪਰ ਆਪਾਂ ਕੀ ਲੈਣੀ ਹੈ ਓਪੋजिट ਲੈਣੀ ਹੁੰਦੀ ਹੈ ਸਭ ਤੋਂ ਛੋਟੀ ਪਾਵਰ ਲੈਣੀ ਹੈ ਸਭ ਤੋਂ ਛੋਟੀ ਪਾਵਰ ਕਿਹੜੀ ਹੈ 1 ਜਾਂ 3 ਜਾਂ 6 ਜਾਂ 1 1 ਠੀਕ ਹੈ ਉਸ ਤੋਂ ਬਾਅਦ 5 ਦੇ ਵਿੱਚ ਦੇਖੋ ਇੱਥੇ 5 ਹੈਗਾ ਇੱਥੇ 5 ਦੀ ਪਾਵਰ ਕਿੰਨੀ ਹੈ 1 ਹੈ ਪਰ ਇੱਥੇ 5 ਨਹੀਂ ਹੈ ਮਤਲਬ ਇੱਥੇ 5 ਦੀ ਪਾਵਰ 0 ਇੱਥੇ ਵੀ 5 ਦੀ ਪਾਵਰ 0 ਇੱਥੇ ਵੀ 5 ਦੀ ਪਾਵਰ 0 ਤੇ ਛੋਟੀ ਪਾਵਰ ਮਤਲਬ ਆਪਣੇ ਕੋਲ 0 ਆ ਗਈ ਨੀਚੇ ਦੇਖੋ ਹੁਣ ਐਲਸੀਐਮ ਲੈਣਾ ਨੀਚੇ ਵਾਲੇ ਦਾ ਐਲ ਮਤਲਬ ਲੀਸਟ ਪਰ ਆਪਾਂ ਕੀ ਲੈਣਾ ਓਪੋजिट ਮਤਲਬ ਵੱਡੀ ਪਾਵਰ ਲੈਣੀ ਹੈ ਤਾਂ ਆਪਾਂ ਇੱਥੇ ਪਾਵਰ 1 ਹੈ ਇੱਥੇ 2 4 3 ਤਾਂ ਆਪਾਂ ਵੱਡੀ ਪਾਵਰ ਲਿੱਤੀ 4 ਤਾਂ ਜਦੋਂ ਬੱਚੇ ਤੁਸੀਂ ਇਹ ਕੀਤਾ 2 ਆਇਆ ਇਹ ਤਾਂ 1 ਦੇ ਇਕੁਅਲ ਹੈ ਨਾ 0 ਪਾਵਰ ਹੈ ਤਾਂ 2 1 ਦਾ 1 ਤੇ ਨੀਚੇ 3 ਦੀ ਪਾਵਰ ਜਦੋਂ ਤੁਸੀਂ 4 ਕੀਤੀ ਤਾਂ 81 ਤਾਂ ਆਪਣਾ ਆਨਸਰ ਕਿੰਨਾ ਬਣਿਆ 2 ਬਾਈ 81 2 ਬਾਈ 81 ਇਹ ਆਪਣੇ ਕੋਲ ਆਨਸਰ ਆ ਗਿਆ HCF ਆ ਗਿਆ ਇਹ ਵਾਲੀ ਫ੍ਰੈਕਸ਼ਨਸ ਦਾ ਠੀਕ ਹੈ ਹੁਣ ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਓਕੇ ਜੀ ਇਸ ਦੇ ਵਿੱਚ ਆਪਾਂ ਐਲਸੀਐਮ ਫਾਈਂਡ ਕਰਨਾ ਹੈ 1 ਬਾਈ 3 5 ਬਾਈ 6 2 ਬਾਈ 9 4 ਬਾਈ 27 ਠੀਕ ਹੈ ਇਹਨਾਂ ਦਾ ਐਲਸੀਐਮ ਕੀ ਕਰਨਾ ਬੱਚੇ ਉੱਤੇ ਵਾਲੀ ਟਰਮ ਐਲਸੀਐਮ ਕੱਢਣਾ ਕਿਹਦਾ ਨਿਊਮੀਨੇਟਰਸ ਕੱਢ ਲੈ 1 5 2 4 ਠੀਕ ਹੈ ਸਾਰੇ ਫ੍ਰੈਕਸ਼ਨ ਦੇ ਨਿਊਮੀਨੇਟਰਸ ਰੱਖ ਲੈ ਉਸ ਤੋਂ ਬਾਅਦ ਨੀਚੇ ਕੀ ਕਰਨਾ ਹੈ HCF ਤਾਂ HCF ਕੀ ਆਏਗਾ ਕਿਹਦਾ 3 6 ਉਸ ਤੋਂ ਬਾਅਦ 9 27 ਉਵੇਂ ਬੱਚੇ ਫੈਕਟਰਸ ਵਿੱਚ ਖੋਲ ਕੇ ਲਿਖ ਦੇਣੇ ਆਪਾਂ ਠੀਕ ਹੈ ਨੀਚੇ ਲਿਖਣਾ LCM of 1 ਇਹ ਆਲਰੇਡੀ ਪ੍ਰਾਈਮ ਹੈ ਐਵੇਂ ਲਿਖਤਾ ਇਹ ਆਲਰੇਡੀ ਪ੍ਰਾਈਮ ਹੈ ਇਹਦੀ ਕੋਈ ਫੈਕਟਰਾਈਜ਼ੇਸ਼ਨ ਨਹੀਂ 4 ਲਿਖ ਸਕਦੇ ਹਾਂ ਆਪਾਂ 2 ਦੀ ਪਾਵਰ 2 ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ HCF 3 ਦੀ ਪਾਵਰ 1 ਠੀਕ ਹੈ ਇਹ 3 into 2 ਕਰਕੇ ਆਏਗਾ ਇਹ 3 ਦੀ ਪਾਵਰ 2 ਇਹ 3 ਦੀ ਪਾਵਰ 3 ਬਣੇਗਾ ਠੀਕ ਹੈ ਬੱਚੇ ਹੁਣ ਦੇਖੋ LCM ਮਤਲਬ L ਮਤਲਬ ਲੀਸਟ ਤਾਂ ਆਪਾਂ ਆਪੋजिट ਲੈਣੀ ਆ ਆਪਾਂ ਵੱਡੀ ਪਾਵਰ ਲੈਣੀ ਆ ਪਹਿਲਾਂ ਆਪਾਂ ਦੇਖ ਲਏ ਫੈਕਟਰਸ ਕਿਹੜੇ ਕਿਹੜੇ ਆ 2 ਤੇ 5 ਹੈ ਉੱਤੇ ਫੈਕਟਰਸ ਤੇ ਨੀਚੇ ਕੀ ਹੈ 2 ਤੇ 3 ਫੈਕਟਰ ਹੈ ਠੀਕ ਹੈ ਬੱਚੇ ਹੁਣ ਦੇਖੋ ਆਪਾਂ ਲਿਖਿਆ ਪਿਆ L ਮਤਲਬ ਲੀਸਟ ਪਰ ਆਪਾਂ ਆਪੋजिट ਲੈਣੇ ਆ ਪਾਵਰ ਵੱਡੀ ਲੈਣੀ ਹੈ 2 ਦੀ ਵੱਡੀ ਪਾਵਰ ਕਿਹੜੀ ਹੈ ਇੱਥੇ ਦੇਖੋ 2 ਦੀ ਸਭ ਤੋਂ ਵੱਡੀ ਪਾਵਰ ਕੀ ਹੈ 2 ਤੇ ਇੱਥੇ 2 ਦੀ ਪਾਵਰ ਵੱਡੀ ਆ ਜਾਏਗੀ 2 5 ਦੀ ਵੱਡੀ ਪਾਵਰ ਕਿੰਨੀ ਹੈ 1 ਮਤਲਬ ਇੱਥੇ ਨਹੀਂ ਹੈਗਾ 5 ਇੱਥੇ ਵੀ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਮਤਲਬ ਛੋਟੀ ਪਾਵਰ ਤਾਂ 0 ਹੀ ਹੋਗੀ ਤੇ ਇੱਥੇ ਵੀ ਹੈ ਨਾ ਤਾਂ ਵੱਡੀ ਪਾਵਰ 5 ਦੀ ਕਿੰਨੀ ਆ ਗਈ 1 ਤੇ ਨੀਚੇ ਦੇਖੋ ਬੱਚੇ HCF ਹੈ H ਮਤਲਬ ਹਾਈਐਸਟ ਪਰ ਆਪਾਂ ਆਪੋजिट ਲੈਣੇ ਆ ਆਪਾਂ ਕੀ ਲੈਣੀ ਹੈ ਛੋਟੀ ਪਾਵਰ ਲੈਣੀ ਹੈ 3 ਦੀ ਸਭ ਤੋਂ ਛੋਟੀ ਪਾਵਰ ਦੇਖੋ ਸਾਰਿਆਂ ਵਿੱਚ ਕਿੰਨੀ ਹੈ ਜਦੋਂ ਤੁਸੀਂ ਕੰਪੇਅਰ ਕੀਤਾ ਇੱਥੇ 1 ਹੈ ਇੱਥੇ 2 ਹੈ ਇੱਥੇ 3 ਹੈ ਪਰ ਆਪਾਂ ਛੋਟੀ ਪਾਵਰ ਲੈਣੀ ਇਸ ਲਈ ਆਪਾਂ 3 ਦੀ ਪਾਵਰ 1 ਲਿੱਤੀ ਇੱਥੇ ਵੀ 1 ਹੈ 3 ਦੀ ਪਾਵਰ ਹੁਣ ਦੇਖੋ ਇੱਥੇ ਵਿੱਚ 2 ਨਹੀਂ ਹੈਗਾ ਤਾਂ ਇੱਥੇ 2 ਦੀ ਪਾਵਰ 0 ਹੋਈ ਇੱਥੇ ਵੀ 2 ਦੀ ਪਾਵਰ 0 ਹੋਈ ਆ ਇਹਦੇ ਵਿੱਚ ਵੀ 2 ਦੀ ਪਾਵਰ 0 ਹੋਗੀ ਤਾਂ ਆਪਾਂ ਇੱਥੇ 2 ਦੀ ਪਾਵਰ 1 ਆਪਾਂ ਕਿਹੜੀ ਲੈਣੀ ਹੈ 2 ਦੀ ਪਾਵਰ ਸਭ ਤੋਂ ਛੋਟੀ ਵਾਲੀ ਲੈਣੀ ਹੈ ਤਾਂ ਸਭ ਤੋਂ ਛੋਟੀ ਪਾਵਰ 2 ਦੀ ਕਿੰਨੀ ਹੈ 0 ਹੈ ਤਾਂ ਬੱਚੇ ਇਹ ਤਾਂ ਦੇਖੋ 2 ਦੀ ਪਾਵਰ 0 ਹੈ ਤਾਂ 1 ਦੇ ਇਕੁਅਲ ਆ ਗਿਆ ਮਤਲਬ ਨੀਚੇ ਕੀ ਬਣਿਆ 3 ਠੀਕ ਹੈ ਉੱਤੇ ਦੇਖੋ 2 ਦੀ ਪਾਵਰ 2 ਮਤਲਬ 4 ਠੀਕ ਹੈ ਤੇ into 5 ਇਹ ਕੀ ਬਣ ਗਿਆ 20 ਤਾਂ ਆਪਣਾ ਆਨਸਰ ਬਣਿਆ 20/3 ਠੀਕ ਹੈ ਰਾਜੇ ਸਮਝ ਆਇਆ ਤੁਹਾਨੂੰ ਆਪਣਾ ਆਨਸਰ ਇੱਥੇ ਆ ਗਿਆ 20/3 ਠੀਕ ਹੈ ਬੱਚੇ ਨੈਕਸਟ ਲੈਕਚਰ 'ਚ ਆਪਾਂ ਹੋਰ ਕੁਐਸਚਨ ਡਿਸਕਸ ਕਰਾਂਗੇ ਅੱਗੇ ਠੀਕ ਹੈ ਬੱਚੇ ਜੇ ਕੋਈ ਤੁਹਾਨੂੰ ਡਾਊਟ ਹੋਇਆ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਥੈਂਕ ਯੂ ਸਟੂਡੈਂਟਸ